ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਹਰ ਰੋਜ਼ ਦੀ ਤਰ੍ਹਾਂ ਅਸੀਂ ਇੱਕ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ, ਜਿਸ ਦੇ ਵਿੱਚ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਤੇ ਵਿਰੋਧੀ ਧਿਰ ਵੱਲੋਂ ਜੋ ਰੋਲ ਅਦਾਇਆ ਜਾਂਦਾ ਹੈ ਉਸ ਨੂੰ ਲੈ ਕੇ ਤੁਹਾਡੇ ਸਨਮੁਖ ਹੁੰਦੇ ਹਾਂ, ਤੁਹਾਡੇ ਅੱਗੇ ਰੱਖਦੇ ਹਾਂ। ਜਿਸ ਦੇ ਤਹਿਤ ਅੱਜ ਵੀ ਅਸੀਂ ਦੋ ਮੁੱਦਿਆਂ ਤੇ ਗੱਲ ਕਰਾਂਗੇ। ਇੱਕ ਸਭ ਤੋਂ ਵੱਡਾ ਮੁੱਦਾ ਹੈ ਸੇਵਾ ਕੇਂਦਰਾਂ ਨੂੰ ਲੈ ਕੇ, ਜਿਸ ਤੇ ਮਾਨ ਸਰਕਾਰ ਵੱਲੋਂ ਇਹ ਅਜੇ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਹੱਲਾ ਕਲੀਨਿਕ ਨੇ ਜੋ ਉਹ ਸੇਵਾ ਕੇਂਦਰਾਂ ਦੇ ਵਿੱਚ ਖੋਲ੍ਹੇ ਜਾਣਗੇ, ਤੇ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਤੇ ਵਿਰੋਧ ਜਤਾਇਆ ਗਿਆ। ਤੇ ਦੂਜਾ ਮੁੱਦਾ ਹੈ ਪੈਟਰੋਲ ਨੂੰ ਲੈ ਕੇ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਉਸ ਨੂੰ ਲੈ ਕੇ ਵੀ ਹੁਣ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਘੇਰਦਾ ਦਿਖਾਈ ਦੇ ਰਿਹਾ, ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਤਾਂ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਹੈ ਤੇ ਹੁਣ ਸੂਬਾ ਸਰਕਾਰ ਨੂੰ ਇਸ ਤੇ ਕਟੌਤੀ ਕਰਨੀ ਚਾਹੀਦੀ ਹੈ, ਵੈਟ ਦੇ ਵਿੱਚ ਰਿਆਇਤ ਦੇਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਸਸਤਾ ਪੈਟਰੋਲ ਤੇ ਸਸਤਾ ਡੀਜ਼ਲ ਮਿਲ ਸਕੇ। ਇਸ ਦੇ ਤਹਿਤ ਸਾਡੇ ਨਾਲ ਵੱਖੋ-ਵੱਖ ਪਾਰਟੀਆਂ ਦੇ ਬੁਲਾਰੇ ਜੁੜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ KS ਮਠਾੜੂ ਸਾਡੇ ਨਾਲ ਜੁੜੇ ਹੋਏ ਨੇ ਤੇ BJP ਤੋਂ ਸਾਡੇ ਨਾਲ ਅਮਿਤ ਅਰੋੜਾ ਜੀ ਜੁੜੇ ਹੋਏ ਨੇ ਤੇ ਸਾਡੇ ਨਾਲ ਪੋਲੀਟੀਕਲ ਐਕਸਪਰਟ ਤੇ ਕਾਂਗਰਸ ਤੋਂ ਵਿਨੋਦ ਭਾਰਤੀ ਸਾਡੇ ਨਾਲ ਜੁੜੇ ਹੋਏ ਨੇ। ਜੋ ਸਾਡੇ ਪੋਲੀਟੀਕਲ ਐਕਸਪਰਟ ਨੇ ਮੁਹੰਮਦ ਖਾਲਿਦ ਜੀ, ਵੱਡੇ ਉੱਗੇ ਪੋਲੀਟੀਕਲ ਐਕਸਪਰਟ ਨੇ, ਉਹ ਵੀ ਸਾਡੇ ਨਾਲ ਅੱਜ ਮੌਜੂਦ ਰਹਿਣਗੇ। ਤੇ ਸਭ ਤੋਂ ਪਹਿਲਾ ਸਵਾਲ ਮੈਂ ਐਡਵੋਕੇਟ KS ਮਠਾੜੂ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਸੂਬੇ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾਣ। ਹਾਲਾਂਕਿ ਮਾਨ ਸਰਕਾਰ ਵੱਲੋਂ ਇਹ ਵਾਅਦਾ ਤੇ ਦਾਅਵਾ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਕਿ ਜਦੋਂ ਵੀ ਸੱਤਾ ਦੇ ਵਿੱਚ ਆਵਾਂਗੇ ਤੇ ਅਸੀਂ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਮੁਹੱਲਾ ਕਲੀਨਿਕ ਖੋਲਾਂਗੇ। ਤੇ ਹੁਣ ਮੁਹੱਲਾ ਕਲੀਨਿਕ ਉਹਨਾਂ ਦੇ ਵੱਲੋਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰੰਤੂ ਉਹ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਸੇਵਾ ਜੋ ਕੇਂਦਰ ਨੇ, ਜੋ ਅਕਾਲੀ ਦਲ ਭਾਜਪਾ ਦੀ ਸਰਕਾਰ ਦੇ ਵੇਲੇ ਖੋਲ੍ਹੇ ਗਏ ਸਨ। ਲਗਭਗ 2100 ਦੇ ਕਰੀਬ ਪੂਰੇ ਪੰਜਾਬ ਦੇ ਵਿੱਚ ਇਹ ਸੇਵਾ ਕੇਂਦਰ ਖੋਲ੍ਹੇ ਗਏ ਸਨ, ਜਿਨ੍ਹਾਂ ਦੇ ਵਿੱਚ ਲਗਭਗ 40% ਆਬਾਦੀ ਨੂੰ ਰਿਆਇਤ ਦੇਣ ਦੇ ਲਈ, ਉਹਨਾਂ ਨੂੰ ਘਰ ਬੈਠ ਕੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਇਹ ਸੇਵਾ ਕੇਂਦਰ ਖੋਲ੍ਹੇ ਗਏ ਸਨ। ਪਰੰਤੂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤੇ ਇਤਰਾਜ਼ ਕੀ ਹੈ? ਜੇਕਰ ਸੂਬਾ ਸਰਕਾਰ ਮੁਹੱਲਾ ਕਲੀਨਿਕ ਖੋਲ੍ਹਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਤੇ ਸਿਆਸਤ ਕਰ ਰਹੀ ਹੈ ਜਾਂ ਇਸ ਦਾ ਵਿਰੋਧ ਕਰ ਰਹੀ ਹੈ, ਉਹਦਾ ਕਾਰਨ ਕੀ ਹੈ? ਜੀ ਮਠਾੜੂ ਸਾਹਿਬ। ਚਰਨਜੀਤ ਜੀ, ਸ਼੍ਰੋਮਣੀ ਅਕਾਲੀ ਦਲ ਮੁੱਦਿਆਂ ਤੇ ਸਿਆਸਤ ਦੀ ਬਜਾਏ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਜਿਹੜੀ ਰਾਜਨੀਤੀ ਕੀਤੀ ਆ ਉਹ ਡਿਵੈਲਪਮੈਂਟ ਦੀ ਪੋਲਿਟਿਕਸ ਕੀਤੀ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਰਾਜਨੀਤੀ ਕੀਤੀ ਆ ਭਾਈਚਾਰਕ ਸਾਂਝ ਦੀ ਕੀਤੀ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਪੰਜਾਬ ਨੂੰ ਸਟੇਬਲ ਰੱਖਣ ਵਾਸਤੇ ਜਿਹੜੇ ਹੈਗੀ ਹੈ ਸ਼ਾਂਤੀ ਦੀ ਗੱਲ ਕੀਤੀ ਹੈ, ਡਿਵੈਲਪਮੈਂਟ ਦੀ ਗੱਲ ਕੀਤੀ ਹੈ। ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹਮੇਸ਼ਾ ਇੱਕ ਗੱਲ ਕਿਹਾ ਕਰਦੇ ਆ ਕਿ ਅਗਰ ਕਿਸੇ ਸੂਬੇ ਦੇ ਵਿੱਚ ਤਰੱਕੀ ਕਰਾਉਣੀ ਆ ਤਾਂ ਉਸ ਸੂਬੇ ਦੇ ਵਿੱਚ ਸ਼ਾਂਤੀ ਔਰ ਭਾਈਚਾਰਕ ਸਾਂਝ ਔਰ ਫਿਰ ਕਿਤੇ ਜਾ ਕੇ ਜਿਹੜੀ ਡਿਵੈਲਪਮੈਂਟ ਦੀ ਗੱਲ ਹੋਣੀ ਹੈ, ਫਿਰ ਤਰੱਕੀ ਉਹ ਸੂਬਾ ਕਰਦਾ। ਤੋਂ ਇਹ ਜਿਹੜੇ ਲੋਕ ਹਨ ਆਮ ਆਦਮੀ ਪਾਰਟੀ ਦੇ, ਇਹ ਸੋਸ਼ਲ ਮੀਡੀਆ RTI ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ। ਅਰਵਿੰਦ ਕੇਜਰੀਵਾਲ ਇੱਕ ਜਿਵੇਂ ਸਾਡੇ ਇੱਥੇ ਕਿਸੇ ਨਗਰ ਦਾ ਮੇਅਰ ਬਣ ਜਾਂਦਾ ਹੈ ਜਾਂ ਕਿਸੇ ਸ਼ਹਿਰ ਦਾ ਨਗਰ ਕੌਂਸਲ ਦਾ ਪ੍ਰਧਾਨ ਬਣ ਜਾਂਦਾ ਹੈ, ਇਸ ਤਰ੍ਹਾਂ ਦਾ ਉਹ ਉੱਥੇ ਮੁੱਖ ਮੰਤਰੀ ਹੈ। ਉਹਨੂੰ ਨਾ ਹੀ ਤਾਂ ਉਹਦੇ ਕੋਲੇ ਕੋਈ ਪਾਵਰਾਂ ਨੇ ਉੱਥੇ, ਨਾ ਕੋਈ ਲੈਣ ਨਾ ਕੋਈ ਦੇਣ। ਪੰਜਾਬ ਇੱਕ ਇਮੋਸ਼ਨਲ ਅਤੇ ਡਿਵੈਲਪ ਇੱਕ ਵਧੀਆ ਸੂਬਾ ਹੈ, ਜਿੱਥੇ ਐਗਰੀਕਲਚਰ ਅਗਰੇਰੀਅਨ ਇਹ ਸੂਬਾ ਹੈ। ਇੱਥੋਂ ਦੇ ਲੋਕ ਹੈ ਜਿਹੜੇ ਭਾਵਕ ਲੋਕ ਹੈ। ਇਹਨੂੰ ਉਹ ਦਿੱਲੀ ਦੇ ਨਾਲ, ਹੁਣ ਨਾ ਤਾਂ ਦਿੱਲੀ ਦੇ ਨਾਲ ਪੰਜਾਬ ਦਾ ਭੂਗੋਲ ਰਲਦਾ, ਨਾ ਦਿੱਲੀ ਦੇ ਨਾਲ ਪੰਜਾਬ ਦੀ ਇਕਨੋਮਿਕਸ ਰਲਦੀ ਹੈ, ਨਾ ਇੱਥੋਂ ਦੇ ਜਿਹੜੇ ਲੋਕਾਂ ਦਾ ਪਹਿਰਾਵਾ ਤੇ ਨਾ ਬੋਲੀ ਤੇ ਨਾ ਉਹਨਾਂ ਦੀ ਸੋਚ, ਕੁਝ ਨਹੀਂ ਰਲਦਾ। ਇਹ ਦਿੱਲੀ ਦੀ ਤਰਜ਼ ਤੇ ਜਿਹੜਾ ਕਹਿਣਾ ਵੈਸੇ ਹੀ ਇਹਨਾਂ ਦਾ ਗਲਤ ਹੈ। ਦੂਸਰੀ ਗੱਲ, ਮੁਹੱਲਾ ਕਲੀਨਿਕ ਜਿਹੜੇ ਇਹਨਾਂ ਦੇ ਘੱਟ ਤੋਂ ਘੱਟ ਲਗਭਗ ਉੱਥੇ 500 ਮੁਹੱਲਾ ਕਲੀਨਿਕ ਇਹਨਾਂ ਨੇ ਬਣਾਏ, ਜਿਹ ਚੋਂ 250 ਪਹਿਲਾਂ ਹੀ ਬੰਦ ਹੋ ਗਏ। ਤੁਹਾਨੂੰ ਮੈਂ ਵੀਡੀਓ ਦਿਖਾ ਦਿੰਦਾ, ਉੱਥੇ ਮੁਹੱਲਾ ਕਲੀਨਿਕਾਂ ਦੀਆਂ ਫੋਟੋਆਂ ਦਿਖਾ ਦਿੰਦਾ ਜਿੱਥੇ ਕੁੱਤੇ ਬੈਠੇ ਹੋਏ ਆ ਉੱਥੇ, ਕਿਸ ਤਰ੍ਹਾਂ ਉੱਥੇ ਉਹਦਾ ਇੱਕ ਸਿਰਫ ਡਰਾਮਾ ਇੱਥੇ ਆ ਕੇ ਰੌਲਾ ਪਾਇਆ ਕਿ ਮੁਹੱਲਾ ਕਲੀਨਿਕ। ਮੈਨੂੰ ਇੱਕ ਗੱਲ ਦੱਸੋ, ਪੰਜਾਬ ਦੇ ਵਿੱਚ 3000 ਦੇ ਲਗਭਗ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਖੁੱਲੀਆਂ ਹੋਈਆਂ, ਉਹਨਾਂ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਪੂਰੇ ਨੇ? ਉਹਨਾਂ ਡਿਸਪੈਂਸਰੀਆਂ ਵਿੱਚ ਦਵਾਈਆਂ ਪੂਰੀਆਂ? ਉਹਨਾਂ ਡਿਸਪੈਂਸਰੀਆਂ ਦੇ ਵਿੱਚ ਕੀ ਕੰਮ ਚੱਲ ਰਿਹਾ ਹੈ? ਔਰ ਜਿੱਥੋਂ ਤੱਕ ਦੀ ਇਹਨਾਂ ਨੇ ਗੱਲ ਕੀਤੀ, ਇਹਨਾਂ ਨੇ ਜਮਾਂ ਹੀ ਹੱਦ ਕਰਤੀ। ਹੱਦ ਇਸ ਤਰ੍ਹਾਂ ਕਰਤੀ, ਇਹਨਾਂ ਨੇ ਲੋਕਾਂ ਨੂੰ ਝੂਠ ਕੀ ਬੋਲਿਆ ਸੀ, 16000 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਬਣਾਵਾਂਗੇ। ਹੁਣ ਕੀ ਗੱਲ ਕਰਦੇ ਆ, ਕਹਿੰਦੇ ਅਸੀਂ ਪਹਿਲਾਂ 75 ਬਣਾ ਕੇ ਦੇਖਣੇ ਆ। ਔਰ ਬਣਾਉਣੇ ਕਿੱਥੇ ਆ? ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸਾਂਝ ਕੇਂਦਰ
ਸੇਵਾ ਕੇਂਦਰ ਬਣਾਏ ਸੀ ਪਿੰਡਾਂ ਦੇ ਵਿੱਚ, ਤਾਂ ਕਿ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ। 78 ਤਰ੍ਹਾਂ ਦੇ ਜਿਹੜੇ ਕੰਮ ਸੀ ਉਹ ਸਾਂਝ ਕੇਂਦਰ ਦੇ ਵਿੱਚ, ਸੇਵਾ ਕੇਂਦਰਾਂ ਦੇ ਵਿੱਚ ਹੋਇਆ ਕਰਦੇ ਸੀ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਜਿਹੜੇ ਉੱਥੇ ਬਣਾਏ ਸੀ, ਤਾਂ ਕਿ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ, ਆਮ ਲੋਕਾਂ ਨੂੰ ਸ਼ਹਿਰਾਂ ਦੇ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਉੱਥੇ ਉਹਨਾਂ ਦੇ ਆਧਾਰ ਕਾਰਡ, ਜਨਮ ਸਰਟੀਫਿਕੇਟ, ਜੋ ਵੀ 78 ਸਹੂਲਤਾਂ ਸੀ, ਜਿਨ੍ਹਾਂ ਦੀ ਮੈਂ ਲਿਸਟ ਹੈ ਜਿਹੜੀ ਤੁਹਾਨੂੰ ਭੇਜ ਦਿਆਂਗਾ। ਹੁਣ ਉਹਨਾਂ ਨੂੰ ਉਹਨਾਂ ਦੇ ਵਿੱਚੋਂ 500 ਤਾਂ ਲਗਭਗ ਕਾਂਗਰਸ ਦੀ ਸਰਕਾਰ ਦੇ ਵਿੱਚ ਬੰਦ ਹੋ ਗਏ। ਹੁਣ ਦੂਸਰਿਆਂ ਨੂੰ ਇਹ ਬੰਦ ਕਰਨਾ ਚਾਹੁੰਦੇ ਆ। ਅਗਰ ਇਹ ਬਣਾਉਣਾ ਹੀ ਚਾਹੁੰਦੇ ਆ, ਪਹਿਲਾਂ ਉਹਨਾਂ ਨੂੰ ਜਿਹੜੇ ਸਾਂਝ ਕੇਂਦਰ, ਸੇਵਾ ਕੇਂਦਰ ਹੈ, ਉਹਨਾਂ ਨੂੰ ਇਹ ਚਾਲੂ ਕਰਨ। ਅਸੀਂ ਕਾਂਗਰਸ ਨੂੰ ਵੀ ਇਹੀ ਗੱਲ ਕਹੀ ਸੀ ਕਿ ਉਹ ਚਾਲੂ ਕਰੋ, ਲੋਕਾਂ ਦੀ ਸਹੂਲਤ ਵਾਸਤੇ ਬਣੇ ਆ ਜੀ। ਇਹਨਾਂ ਨੂੰ ਉਹ ਸੇਵਾ ਕੇਂਦਰ ਚਾਲੂ ਕਰਨੇ ਚਾਹੀਦੇ ਆ। ਅਗਰ ਇਹ ਮੁਹੱਲਾ ਕਲੀਨਿਕ ਬਣਾਉਣਾ ਚਾਹੁੰਦੇ ਤਾਂ ਆਪਣੀਆਂ ਅਲੱਗ ਬਿਲਡਿੰਗਾਂ ਬਣਾਉਣ, ਉੱਥੇ ਨਵੀਆਂ ਬਿਲਡਿੰਗਾਂ ਬਣਾ ਕੇ ਉੱਥੇ ਜਿਹੜੇ ਹੈਗੇ ਆਪਣੇ ਮੁਹੱਲਾ ਕਲੀਨਿਕ ਬਣਾਉਣ। ਉਦੋਂ ਤਾਂ ਇਹ ਕਹਿੰਦੇ ਸੀ ਕਿ 70 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਕਿਸੇ ਪਾਰਟੀ ਨੇ, ਇਹ ਲੁੱਟ ਕੇ ਖਾ ਗਏ। ਫਿਰ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ 2100 ਬਣਾਏ ਹੋਏ ਸੇਵਾ ਕੇਂਦਰ, ਸਾਂਝ ਕੇਂਦਰ, ਸ਼੍ਰੋਮਣੀ ਅਕਾਲੀ ਦਲ ਦੀਆਂ ਬਣਾਈਆਂ ਬਿਲਡਿੰਗਾਂ, ਉਹਦੇ ਵਿੱਚ ਇਹ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਕਿਉਂ ਕਰਦੇ ਆ? ਫਿਰ ਇਹ ਆਪਣੀਆਂ ਬਿਲਡਿੰਗਾਂ ਕਿਉਂ ਨਹੀਂ ਬਣਾਉਂਦੇ? ਅਕਾਲੀ ਦਲ ਨੇ ਤਾਂ ਪਹਿਲਾਂ ਕੁਝ ਕੀਤਾ ਹੀ ਨਹੀਂ। ਹੁਣ ਇਹ ਸਿਰਫ ਇਹ ਕੁਝ ਕਰਨਾ ਨਹੀਂ ਚਾਹੁੰਦੇ। ਇਹਨਾਂ ਕੋਲੋਂ ਮੇਰੇ ਤੋਂ ਅੱਜ ਲਿਖ ਕੇ ਲੈ ਲਓ, ਇਹਨਾਂ ਕੋਲੋਂ ਇਹ ਵੀ ਨਹੀਂ ਹੋਣਾ। ਇਹਨਾਂ ਕੋਲੋਂ ਨਾ ਦਵਾਈਆਂ ਪੂਰੀਆਂ ਹੋਣੀਆਂ, ਨਾ ਡਾਕਟਰ ਪੂਰੇ ਹੋਣੇ ਆ। ਚਲੋ ਬਿਲਡਿੰਗ ਤਾਂ ਇਹ ਉੱਥੇ ਉਹਨਾਂ ਨੂੰ ਮੋਡੀਫਾਈ ਕਰ ਲੈਣਗੇ, ਉੱਥੇ ਸਾਂਝ ਕੇਂਦਰ ਜਾਂ ਸੇਵਾ ਕੇਂਦਰ ਦੀ ਜਿਹੜੀ ਮਸ਼ੀਨਰੀ ਹੈਗੀ ਆ ਉਹਨੂੰ ਪਰਾਂ ਕਰਕੇ ਉੱਥੇ ਕਰਨਾ। ਇਹ ਡਾਕਟਰ ਕਿੱਥੋਂ ਲੈ ਕੇ ਆਉਣਗੇ? ਨਾ ਇਹਨਾਂ ਕੋਲ ਡਾਕਟਰ ਨੇ, ਨਾ ਦਵਾਈਆਂ। ਸਿਰਫ ਚੁਟਕਲੇ ਵਾਲੀ ਸਰਕਾਰ ਹੈ, ਐਵੇਂ ਡਰਾਮੇ ਕਰੀ ਜਾਂਦੇ। ਹੁਣ ਇੱਥੇ ਆ ਸੇਵਾ ਕੇਂਦਰਾਂ ਦੇ ਵਿੱਚ ਕਹਿਣਗੇ ਮੁਹੱਲਾ ਕਲੀਨਿਕ ਬਣਾ ਕੇ, ਹਿਮਾਚਲ ਦੇ ਵਿੱਚ, ਗੁਜਰਾਤ ਦੇ ਵਿੱਚ ਜਾ ਕੇ ਰੌਲਾ ਪਾਉਣਾ। ਇਹਨਾਂ ਨੇ ਫੋਟੋਆਂ ਖਿੱਚ ਕੇ ਸਾਂਝ ਕੇਂਦਰਾਂ ਦੇ ਉੱਪਰ ਬੋਰਡ ਲਾ ਦੇਣੇ ਇਹਨਾਂ ਨੇ ਮੁਹੱਲਾ ਕਲੀਨਿਕਾਂ ਦੇ, ਔਰ ਉੱਥੇ ਜਾ ਕੇ ਮਸ਼ਹੂਰੀ ਕਰਨੀ ਹੈ। ਔਰ ਮਸ਼ਹੂਰੀਆਂ ਵਾਲੀ ਪਾਰਟੀ ਹੈ ਇਹ ਤਾਂ। ਚਰਨਜੀਤ ਜੀ, ਇੰਨੇ ਝੂਠੇ ਲੋਕ ਆ। ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ, ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਦਿੱਲੀ ਵਾਲਾ ਰੌਲਾ ਪਾਇਆ ਜੀ, ਦਿੱਲੀ ਵਾਲਾ ਰੌਲਾ ਪਾਇਆ ਇੱਥੇ ਆ ਕੇ ਕਿ ਦਿੱਲੀ ਦੇ ਵਿੱਚ ਅਸੀਂ ਸਿੱਖਿਆ ਸਹੂਲਤ ਕਰਤੀ, ਦਿੱਲੀ ਦੇ ਵਿੱਚ ਅਸੀਂ ਮੈਡੀਕਲ ਸਹੂਲਤ ਕਰਤੀ। ਮੈਨੂੰ ਕਿਸੇ ਅੱਜ ਆਮ ਆਦਮੀ ਪਾਰਟੀ ਦਾ ਬੁਲਾਰਾ ਕੋਈ ਆਇਆ ਨਹੀਂ ਇੱਥੇ, ਨਹੀਂ ਅੱਜ ਜਵਾਬ ਲੈਂਦੇ ਨਾ ਤੋਂ ਕਿ ਤੁਸੀਂ ਇੱਕ ਮੈਡੀਕਲ ਕਾਲਜ ਦਾ ਨਾਮ, ਕਿਸੇ ਹਸਪੀਟਲ ਦਾ ਨਾਮ, ਕਿਸੇ ਯੂਨੀਵਰਸਿਟੀ ਦਾ ਨਾਮ ਦੱਸ ਸਕਦੇ ਹੋ ਕਿ ਉੱਥੇ ਦਿੱਲੀ ਦੇ ਵਿੱਚ ਬਣਾਇਆ, ਜਿਹੜਾ ਇੱਥੇ ਆ ਕੇ ਢੋਲ ਪਿੱਟਦੇ ਹੋ ਤੁਸੀਂ ਸਿਹਤ ਸਹੂਲਤਾਂ ਦੀ ਗੱਲ ਕਰਦੇ ਹੋ। ਇਹਨਾਂ ਨੇ ਸਿਰਫ ਝੂਠ ਬੋਲ ਕੇ, ਝੂਠ ਦੇ ਵਿੱਚੋਂ ਨਿਕਲੀ ਪਾਰਟੀ ਹੈ। ਇਹ ਝੂਠੇ ਲੋਕ ਨੇ, ਇਸ ਕਰਕੇ ਪੰਜਾਬ ਨੂੰ ਗੁੰਮਰਾਹ ਇਹ ਕਰਨ ਚ ਕਾਮਯਾਬ ਹੋ ਗਏ। ਹੁਣ ਇਹ ਚਾਹੁੰਦੇ ਆ ਕਿ ਪੰਜਾਬ ਦੀ ਤਰਜ਼ ਤੇ ਜਿਹੜੇ ਹੈਗੇ ਦੂਜੇ ਸੂਬਿਆਂ ਨੂੰ ਗੁੰਮਰਾਹ ਕਰਕੇ ਬੇਵਕੂਫ ਬਣਾ ਕੇ ਸਰਕਾਰਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਰੋੜਾ ਸਾਹਿਬ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਜਦੋਂ ਸੇਵਾ ਕੇਂਦਰ, ਸਾਂਝ ਕੇਂਦਰ ਪੰਜਾਬ ਦੇ ਵਿੱਚ ਬਣਾਏ ਜਾਂਦੇ ਨੇ, ਭਾਜਪਾ ਤੇ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੁੰਦੀ ਹੈ, 2147 ਸੇਵਾ ਕੇਂਦਰ ਬਣਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਕਾਫੀ ਜ਼ਿਆਦਾ ਪਿੰਡੀ ਖੇਤਰਾਂ ਨੂੰ ਲਾਭ ਪਹੁੰਚਾਉਣ ਦੇ ਲਈ ਉਹਨਾਂ ਦੇ ਵਿੱਚ ਬਣਾਏ ਜਾਂਦੇ ਨੇ, ਤੇ ਕੁਝ ਕੁ ਸ਼ਹਿਰੀ ਖੇਤਰਾਂ ਨੂੰ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਸੀ, ਉਸ ਸਮੇਂ ਕਾਫੀ ਸ਼ਲਾਘਾਯੋਗ ਫੈਸਲਾ ਸੀ, ਤੇ ਅੱਜ ਮਾਨ ਸਰਕਾਰ ਇਸ ਤੇ ਮੁਹੱਲਾ ਕਲੀਨਿਕ ਬਣਾਉਣਾ ਚਾਹੁੰਦੀ ਆ। ਅਕਾਲੀ ਦਲ ਸਿੱਧੇ ਤੌਰ ਤੇ ਵਿਰੋਧ ਕਰ ਰਿਹਾ। ਉਦੋਂ ਤੁਸੀਂ ਵੀ ਭਾਈਵਾਲ ਸੀ। ਹਾਲਾਂਕਿ ਕਾਂਗਰਸ ਦੀ ਸਰਕਾਰ ਦੇ ਵੇਲੇ ਕਾਫੀ ਜ਼ਿਆਦਾ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਤੇ ਅੱਜ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਮੁਹੱਲਾ ਕਲੀਨਿਕ ਬਣਾਉਣਾ ਚਾਹੁੰਦੀ ਹੈ, ਇੱਕ ਟ੍ਰਾਇਲ ਲੈਣਾ ਚਾਹੁੰਦੀ ਹੈ, ਜਿਵੇਂ ਮਠਾੜੂ ਸਾਹਿਬ ਨੇ ਕਿਹਾ ਕਿ ਬਿਲਡਿੰਗਾਂ ਬਣਾਈਆਂ ਜਾਣ, ਪਰੰਤੂ ਸਵਾਲ ਇਹ ਵੀ ਖੜਾ ਹੁੰਦਾ ਕਿਉਂਕਿ ਪੰਜਾਬ ਦੇ ਕੋਲ ਐਡਾ ਰੈਵਨਿਊ ਹੀ ਨਹੀਂ। ਪੰਜਾਬ ਇਸ ਸਮੇਂ ਕਰਜ਼ੇ ਦੀ ਮਾਰ ਦੇ ਥੱਲੇ ਹੈ, ਕਰਜ਼ਾ ਲੈ ਕੇ ਸਰਕਾਰ ਚਲਾਈ ਜਾ ਰਹੀ ਹੈ, ਤੇ ਤੁਹਾਡਾ ਕੀ ਪੱਖ ਹੈ ਇਸ ਤੇ? ਦੇਖੋ, ਏਦਾਂ ਚਰਨਜੀਤ ਸਿੰਘ ਜੀ, ਸਭ ਤੋਂ ਪਹਿਲੇ ਤਾਂ ਜਿਹੜੀ ਗੱਲ ਮਠਾੜੂ ਸਾਹਿਬ ਨੇ ਕਹੀ ਨਾ ਕਿ ਝੂਠੇ ਪ੍ਰਚਾਰ ਦੀ ਪਾਰਟੀ ਆਮ ਆਦਮੀ ਪਾਰਟੀ, ਤੁਸੀਂ ਮੈਨੂੰ ਇਹ ਦੱਸੋ ਕਿ ਜਿਸ ਦਿਨ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਸੀ, ਉਸ ਦਿਨ ਆਮ ਆਦਮੀ ਪਾਰਟੀ ਨੇ ਸ਼ੋਸ਼ਾ ਛੱਡ ਦਿੱਤਾ ਕਿ ਜੀ ਆਮ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਭਗਤ ਸਿੰਘ, ਸ਼ਹੀਦ ਭਗਤ ਸਿੰਘ ਨੂੰ ਨਫ਼ਰਤ ਕਰਦੀ ਹੈ, ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਵਾ ਉਹ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਹਟ ਜਾਏ। ਹੁਣ ਤੁਸੀਂ ਦੇਖੋਗੇ, ਕੱਲ ਹੀ ਕੇਂਦਰ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਤੇਲ ਤੇ ਆਇਲ ਤੇ ਉੱਤੇ, ਤੇਲ ਔਰ ਪੈਟਰੋਲ ਔਰ ਡੀਜ਼ਲ ਦੇ ਉੱਤੇ ਵਧੀਆ ਕਟੌਤੀ ਕੀਤੀ, ਔਰ ਉਹਦਾ ਜਵਾਬ ਜਿਹੜਾ, ਉਹਦਾ ਬਰਡਨ, ਉਹਦਾ ਭਾਰ, ਉਹਦਾ ਬੋਝ ਜਿਹੜਾ ਵਾ ਉਹ ਸਟੇਟ ਗਵਰਨਮੈਂਟ ਤੇ ਹੋਣਾ ਚਾਹੀਦਾ ਸੀ। ਤੁਹਾਡੀ ਵੀ ਡਿਸਕਸ਼ਨ ਨਰੋਲ ਪੂਰਾ ਪੌਣਾ ਘੰਟਾ ਜਿਹੜੀ ਆ ਇਸੇ ਵਿਸ਼ੇ ਤੇ ਹੋਣੀ ਚਾਹੀਦੀ ਸੀ। ਇਸ ਵਿਸ਼ੇ ਤੋਂ, ਇਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਲੋਕਾਂ ਦਾ ਇਹ ਅੱਜ ਵਿਸ਼ੇ ਜਿਹੜਾ ਵਾ ਨਾਲ ਮੁਹੱਲਾ ਕਲੀਨਿਕਾਂ ਦਾ ਜੋੜਨਾ ਪੈ ਗਿਆ। ਸੋ ਗੱਲ ਇਹ ਹੈ ਕਿ ਇਹ ਮੁੱਦੇ ਨੂੰ ਭਟਕਾਉਂਦੇ ਆ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਵਾ ਉਹ ਸਹੀ ਅਸਲ ਮੁੱਦਿਆਂ ਦੇ ਵੱਲ ਨਾ ਜਾਵੇ। ਜੀ,
ਦੂਸਰੀ ਗੱਲ ਇਹ ਰਹੀ ਕਿ ਜਿਹੜੀਆਂ ਪਹਿਲੇ ਸਿਹਤ ਸਹੂਲਤਾਂ ਆਲਰੇਡੀ ਚੱਲ ਰਹੀਆਂ ਹੂੰ ਉਹਨਾਂ ਦੇ ਵਿੱਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਸੀ। ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਆਯੁਸ਼ਮਾਨ ਯੋਜਨਾ ਜਿਹੜੀ ਹੈ ਉਹ ਬੰਦ ਪਈ ਹੈ ਜੀ ਕਿਉਂਕਿ ਪੰਜਾਬ ਨੇ 40% ਹਿੱਸਾ ਜਿਹੜਾ ਵਾ ਉਹ ਰਿਲੀਜ਼ ਨਹੀਂ ਕੀਤਾ। ਹੂੰ ਕੇਂਦਰ ਸਰਕਾਰ ਦਾ 60% ਹਿੱਸਾ ਜਿਹੜਾ ਉਹ ਰਿਲੀਜ਼ ਹੋ ਚੁੱਕਾ ਹੈ। ਹੂੰ ਦੂਸਰੀ ਗੱਲ ਜਿਹੜੀ ਹੈ ਕਿ ਅੱਜ ਤੁਹਾਡੇ ਇੱਥੇ ਸਿਵਲ ਹਸਪੀਟਲ ਜਿਹੜੇ ਹੈ ਹੂੰ ਉਹਨਾਂ ਦੇ ਵਿੱਚ ਇਹਨਾਂ ਕੋਲ ਐਕਸਰੇ ਮਸ਼ੀਨਾਂ ਵਾਸਤੇ ਫਿਲਮਾਂ ਤੱਕ ਨਹੀਂ ਹੈਗੀਆਂ, ਹੂੰ ਸਕੈਨ ਕਰਨ ਦੀਆਂ ਮਸ਼ੀਨਾਂ ਨਹੀਂ ਹੈ। ਹੂੰ ਕਰੋਨਾ ਕਾਲ ਦੇ ਦੌਰਾਨ RT-PCR ਟੈਸਟ ਕਰਨ ਲਈ ਇਹਨਾਂ ਕੋਲ ਸਾਧਨ ਹੈ ਨਹੀਂ ਸਨ। ਜੀ ਇਹਨਾਂ ਦੇ ICU ਦੇ ਵਿੱਚ 에ਅਰ ਕੰਡੀਸ਼ਨਰ ਤੱਕ ਨਹੀਂ ਚੱਲਦੇ। ਹੂੰ ਤੇ ਜਿਹੜੀਆਂ ਮੌਜੂਦਾ ਸਿਹਤ ਸਹੂਲਤਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਸੁਧਾਰ ਕਰਨ ਦੇ ਬਾਰੇ ਜਿਹੜੀ ਹੈ ਉਹ ਗੱਲ ਹੋਣੀ ਚਾਹੀਦੀ ਸੀ। ਸਰਕਾਰ ਨੂੰ ਚਾਹੀਦਾ ਸੀ ਕਿ ਉਹਦੇ ਵਾਸਤੇ ਇੱਕ ਅਲੱਗ ਬਜਟ ਜਿਹੜਾ ਵਾ ਉਹ ਐਲੋਕੇਟ ਕਰ। ਹੂੰ ਤੀਸਰੀ ਗੱਲ ਜਿਹੜੀ ਮੈਂ ਕਹਿ ਰਿਹਾ ਕਿ ਕਹਿ ਰਿਹਾ ਜੀ ਸੇਵਾ ਕੇਂਦਰਾਂ ਨੂੰ ਜਿਹੜਾ ਵਾ ਉੱਥੇ ਹੀ ਮੁਹੱਲਾ ਕਲੀਨਿਕ ਬਣਾਏ ਜਾਣਗੇ। ਹੂੰ ਇਹਦਾ ਸਿੱਧਾ ਮੈਸੇਜ ਇਹ ਹੈ ਕਿ ਵੀ ਸਿਰਫ OPD ਸੇਵਾ ਦੇਣਾ ਚਾਹੁੰਦੇ ਆ। ਹੂੰ ਉੱਥੇ ਕੋਈ ਬੈੱਡ ਦੀ ਉਪਲਬਧਤਾ ਨਹੀਂ ਹੋਏਗੀ, ਜੀ ਕਿਸੇ ਨੂੰ ਇਨ ਹਾਊਸ ਸੇਵਾ ਨਹੀਂ ਮਿਲੇਗੀ। ਹੂੰ OPD ਅਟੈਂਡ ਕਰਨ ਵਾਸਤੇ ਕਿਹੜਾ ਮਾਹਰ ਡਾਕਟਰ ਜਿਹੜਾ ਵਾ ਉੱਥੇ ਬੈਠਾ ਹੋਊਗਾ ਉਹ ਵੀ ਅਜੇ ਕੋਈ ਗੱਲ ਕਲੀਅਰ ਨਹੀਂ ਹੈ। ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਿਰਫ ਜਿੱਦਾਂ ਮਠਾਰੂ ਜੀ ਨੇ ਕਿਹਾ ਕਿ ਇੱਕ ਪ੍ਰਚਾਰ ਹੀ ਹੈ, ਹੂੰ ਲੇਕਿਨ ਵਾਸਤਵਿਕਤਾ ਕੁਝ ਨਹੀਂ ਹੈ। ਹੂੰ ਐਡੀ ਵੱਡੀ ਘੋਸ਼ਣਾ 16,000 ਮੁਹੱਲਾ ਕਲੀਨਿਕ ਤੇ ਅਸੀਂ 75 ਕਲੀਨਿਕ ਅਸੀਂ ਟਰਾਈ ਕਰਾਂਗੇ। ਹੂੰ ਭਾਈ ਤੁਸੀਂ ਇਹਦਾ ਮਤਲਬ ਤੁਹਾਡੇ ਕੋਲ ਬਿੱਲ ਪਾਵਰ ਹੀ ਨਹੀਂ ਹੈ। ਜੀ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇੱਕ ਕਮਜ਼ੋਰ ਮੁੱਖ ਮੰਤਰੀ, ਕਮਜ਼ੋਰ ਸਰਕਾਰ ਜਿਸ ਕੋਲ ਵਿਲ ਪਾਵਰ ਨਾ ਹੋਣ ਕਰਕੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ, ਆਂਸ਼ਿਕ ਫੈਸਲੇ, ਹੂੰ ਕਮਜ਼ੋਰ ਫੈਸਲੇ ਜਿਹੜੇ ਆ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ। ਵਿਨੋਦ ਜੀ, ਮੈਂ ਤੁਹਾਡਾ ਪੱਖ ਜਾਣਨਾ ਚਾਹਾਂਗਾ। ਜਿਵੇਂ ਮਠਾੜੂ ਸਾਹਿਬ, ਅਰੋੜਾ ਸਾਹਿਬ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਤੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਚੁੱਕੇ ਨੇ, ਪਰੰਤੂ ਇੱਕ ਸਵਾਲ ਮਠਾੜੂ ਸਾਹਿਬ ਵੱਲੋਂ ਤੁਹਾਡੇ ਤੇ ਵੀ ਚੁੱਕ ਦਿੱਤਾ ਗਿਆ ਸੀ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਅਕਾਲੀ BJP ਦੁਆਰਾ ਸਥਾਪਿਤ ਸੇਵਾ ਕੇਂਦਰਾਂ ਵਿੱਚੋਂ ਕਾਫੀ ਜ਼ਿਆਦਾ ਨੂੰ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਜਦੋਂ ਕੈਪਟਨ ਸਰਕਾਰ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਵਾਅਦਾ ਤੇ ਦਾਅਵਾ ਲੋਕਾਂ ਦੇ ਨਾਲ ਕੀਤਾ ਜਾਂਦਾ ਹੈ ਕਿ ਘਰ ਘਰ ਰੁਜ਼ਗਾਰ, ਪਰੰਤੂ ਉਦੋਂ ਘਰ ਘਰ ਰੁਜ਼ਗਾਰ ਖੋ ਵੀ ਲਿਆ ਸੀ। ਲਗਭਗ 3500 ਸੇਵਾ ਕੇਂਦਰਾਂ ਦੇ ਵਿੱਚ ਕੰਮ ਕਰਨ ਵਾਲੇ ਬੇਨੌਕਰੀ ਹੋ ਗਏ ਸੀ, ਉਹਨਾਂ ਦੀ ਨੌਕਰੀ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਰਹਿ ਗਈ ਸੀ। ਉਹਨਾਂ ਦੇ ਵੱਲੋਂ ਧਰਨੇ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ, ਅੱਜ ਵੀ ਉਹ ਸੜਕਾਂ ਤੇ ਨੇ। ਤੇ ਦੂਜਾ ਸਵਾਲ ਮੈਂ ਇਹ ਵੀ ਤੁਹਾਡੇ ਨਾਲ ਜੋੜ ਦੇਣਾ ਚਾਹੁੰਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਜਿਹੜੇ ਸੇਵਾ ਕੇਂਦਰ ਕਾਂਗਰਸ ਸਰਕਾਰ ਵੇਲੇ ਬੰਦ ਕਰ ਦਿੱਤੇ ਗਏ ਸੀ, ਜੇ ਉਹਨਾਂ ਦੇ ਵਿੱਚ ਮੁਹੱਲਾ ਕਲੀਨਿਕ ਅੱਜ ਖੋਲ੍ਹਦੀ ਹੈ ਤਾਂ ਕੀ ਉਹਦੇ ਨਾਲ ਲੋਕਾਂ ਨੂੰ ਰਾਹਤ ਨਹੀਂ ਮਿਲੇਗੀ? ਥੈਂਕ ਯੂ ਜੀ, ਬਹੁਤ ਵਧੀਆ ਇਸ਼ੂ ਲਿੱਤਾ ਤੁਸੀਂ। ਔਰ ਪੈਨਲ 'ਚ ਬੈਠੇ ਸਾਰੇ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸੁਣਨ ਵਾਲਿਆਂ ਨੂੰ ਵੀ। ਤੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸੁਵਿਧਾ ਸੈਂਟਰ ਉਸ ਵਕਤ ਬੰਦ ਕੀਤੇ ਗਏ, ਉਹ ਬੰਦ ਕੀਤੇ ਗਏ। ਕਈ ਸੁਵਿਧਾ ਸੈਂਟਰ ਬਹੁਤ ਨੇੜੇ ਖੋਲ੍ਹੇ ਗਏ। ਜਿਸ ਤਰ੍ਹਾਂ ਕੋਈ ਮੰਨ ਲਓ ਮਿਊਨਿਸਪਲ ਕਮੇਟੀ ਦਾ ਆਫਿਸ ਹੈ, ਉਹਦੇ ਆਲੇ ਦੁਆਲੇ 5-4 ਜੇ ਖੋਲ ਦਿੱਤੇ ਜਾਣ, ਉਹਦਾ ਕੋਈ ਯੂਜ਼ ਨਹੀਂ ਹੈ, ਕਿਉਂਕਿ ਉਹ ਲੋਕਾਂ ਨੇ ਉੱਥੇ ਵੀ ਕੰਮ ਕਰਨਾ, ਜਿੰਨਾ ਕੁ ਕੰਮ ਕਰਾਉਣਾ ਉਹਨਾਂ ਕੀ ਉੱਥੇ ਹੋਣਾ, ਤੇ ਸਵਾਏ ਇੱਕ ਸਰਕਾਰ ਦੇ ਉੱਪਰ ਵੱਜਣ ਦੇ ਉਹ ਹੋਰ ਕੁਝ ਨਹੀਂ ਸੀਗਾ। ਜਿੱਥੇ ਐਕਸਟਰਾ ਸੀਗੇ ਉਹ ਬੰਦ ਕਰ ਦਿੱਤੇ ਉਹਨਾਂ ਨੇ, ਔਰ ਜਿੱਥੇ ਜ਼ਰੂਰਤ ਸੀ ਉੱਥੇ ਉਹ ਖੋਲੇ ਰੱਖੇ। ਮੇਰਾ ਖਿਆਲ 500 ਦੇ ਕਰੀਬ ਸ਼ਾਇਦ ਸੁਵਿਧਾ ਸੈਂਟਰ 500 ਤੋਂ ਉੱਪਰ ਉਹਨਾਂ ਨੇ ਖੋਲੀ ਰੱਖੇ। ਔਰ ਲੋਕਾਂ ਨੂੰ ਕਦੀ ਇਸ ਗੱਲ ਲਈ ਸ਼ਿਕਾਇਤ ਨਹੀਂ ਆਈ ਲੋਕਾਂ ਦੀ ਵੀ ਇਹ ਬੰਦ ਕਿਉਂ ਕੀਤੇ ਗਏ। ਜਿੱਥੇ ਜ਼ਰੂਰਤ ਸੀਗੀ ਉੱਥੇ ਬੰਦ ਕਰਤੇ, ਜਿੱਥੇ ਨਹੀਂ ਜ਼ਰੂਰਤ ਸੀਗੀ ਉੱਥੇ ਖੋਲੇ। ਤਾਂ ਦੂਸਰੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਮੁਹੱਲਾ ਕਲੀਨਿਕਾਂ ਵਾਲੀ ਗੱਲ ਕਹੀ ਹੈ, ਹੁਣ ਪ੍ਰੋਬਲਮ ਇਹ ਹੈ ਵੀ ਆਮ ਆਦਮੀ ਪਾਰਟੀ ਦਾ ਕੋਈ ਪ੍ਰਤੀਨਿਧੀ ਇੱਥੇ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਆਪਣੀ ਕ੍ਰੈਡੀਬਿਲਿਟੀ ਤਾਂ ਖੋ ਚੁੱਕੀ ਹੈ। ਜਿਹੜੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਸ਼ੁਰੂ 'ਚ ਆਉਂਦਿਆਂ ਸਾਰ ਹੀ 24 ਘੰਟੇ 'ਚ ਲਾਗੂ ਕਰ ਦੇਣੇ, ਉਹਨਾਂ ਵਿੱਚੋਂ ਉਹਨਾਂ ਨੇ ਕੋਈ ਲਾਗੂ ਨਹੀਂ ਕੀਤਾ। ਜਿੱਦਾਂ ਕਹਿੰਦੇ ਸੀ ਕਿ ਬੇਅਦਬੀ ਦਾ ਅਸੀਂ 24 ਘੰਟੇ ਵਿੱਚ ਫੈਸਲਾ ਕਰ ਦੇਣਾ,
ਔਰ ਉਹਨਾਂ ਦੇ ਹੀ ਇੱਕ ਐਮਐਲਏ ਕੁੰਵਰ ਵਿਜੇ ਪ੍ਰਤਾਪ ਜੀ ਨੇ ਆਪਣੀਆਂ ਸੇਵਾਵਾਂ ਦੇਣ ਲਈ ਉਹ ਲੈਟਰ ਵੀ ਲਿਖਿਆ ਆਪਣੇ ਚੀਫ ਮਿਨਿਸਟਰ ਨੂੰ, ਉਹਦਾ ਕੋਈ ਜਵਾਬ ਨਹੀਂ ਆਇਆ। 1000 ਰੁਪਇਆ ਇਹਨਾਂ ਨੇ ਲੇਡੀਜ਼ ਨੂੰ ਦੇਣਾ ਸੀਗਾ, ਉਹ ਵੀ ਇਹਨਾਂ ਨੇ ਅੱਗੇ ਡੇਟ ਵਧਾਤੀ, ਔਰ ਇਹਨਾਂ ਦੇ ਇੱਕ ਮਿਨਿਸਟਰ ਨੇ ਕਿਹਾ ਕਿ ਹਜੇ ਤਾਂ ਸਾਡੇ ਕੋਲ ਪੈਸੇ ਹੀ ਹੈ ਨਹੀਂ, ਜਦੋਂ ਹੋਣਗੇ ਅਸੀਂ ਉਦੋਂ ਦੇਖਾਂਗੇ। ਤੇ ਅਗਲੀ ਗੱਲ 300 ਯੂਨਿਟ ਇਹਨਾਂ ਨੇ ਫ੍ਰੀ ਕਰਨੇ ਸੀ, 600 ਯੂਨਿਟ 2 ਮਹੀਨੇ ਦੇ, ਉਹ ਵੀ ਇਹਨਾਂ ਨੇ ਅੱਗੇ ਡੇਟ ਪਾਤੀ ਹੈ ਕਿ ਉਹ ਜਿਹੜੀ 1 ਜੂਨ ਤੋਂ ਸ਼ਾਇਦ ਇਹ ਕਰਨਗੇ ਜਾਂ 1 ਜੁਲਾਈ ਤੋਂ, ਪਤਾ ਨਹੀਂ ਉਹ ਕਰਨਾ ਨੇ ਕਿ ਨਹੀਂ ਕਰਨੇ। ਕਿਸਾਨਾਂ ਦੀ ਆਤਮ ਹੱਤਿਆ ਕਹਿੰਦੇ ਉਸੇ ਦਿਨ ਅਸੀਂ ਬੰਦ ਕਰ ਦਿਆਂਗੇ ਜਿਸ ਦਿਨ ਅਸੀਂ ਸਹੁੰ ਖਾ ਲਾਂਗੇ। ਤੇ ਅੱਜ ਬੜੀ ਬਦਕਿਸਮਤੀ ਹੈ ਸਾਡੇ ਪੰਜਾਬ ਦੀ ਕਿ ਕਈ ਕਿਸਾਨ ਆਤਮ ਹੱਤਿਆ ਕਰ ਚੁੱਕੇ, ਸ਼ਾਇਦ 24 ਤੋਂ ਉੱਪਰ ਕਰ ਚੁੱਕੇ ਹੈ। ਔਰ ਲਾ ਐਂਡ ਆਰਡਰ ਦੀ ਪੋਜੀਸ਼ਨ ਆਪਾਂ ਸਾਰੇ ਦੇਖ ਹੀ ਰਹੇ ਹਾਂ, ਡੇ ਬਾਈ ਡੇ ਮਾੜੀ ਹੁੰਦੀ ਜਾ ਰਹੀ ਹੈ। ਸਰਕਾਰ ਹਰ ਰੋਜ਼ ਨਵੇਂ ਤੋਂ ਨਵੇਂ ਆਰਡਰ ਪਾਸ ਕਰਦੀ ਹੈ ਔਰ ਉੱਥੇ ਕੋਈ ਅਸਰ ਨਹੀਂ ਹੋ ਰਿਹਾ, ਤੇ ਹਰ ਰੋਜ਼ ਡਾਕੇ, ਡਕੈਤੀਆਂ, ਕਤਲ, ਸਨੈਚਿੰਗਾਂ, ਮਤਲਬ ਔਰਤਾਂ ਦਾ ਕੀ ਬੰਦੇ ਵੀ ਆਪਣੇ ਆਪ ਨੂੰ ਸਿਕਿਉਰ ਫੀਲ ਨਹੀਂ ਕਰਦੇ। ਤੋ ਇੰਨੀਆਂ ਗੱਲਾਂ ਹੋਣ ਦੇ ਬਾਵਜੂਦ ਤਾਂ ਮੈਂ ਸਮਝਦਾ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਆ। ਚਲੋ ਜੇਕਰ ਇਹ ਕਹਿੰਦੇ ਆ ਵੀ ਅਸੀਂ ਸੁਵਿਧਾ ਸੈਂਟਰ ਜਿਹੜੇ ਬੰਦ ਪਏ ਨੇ ਉਹਨਾਂ 'ਚ ਖੋਲ ਕੇ ਅਸੀਂ ਕਰਾਂਗੇ, ਮੈਂ ਕਹਿੰਦਾ ਕੁਝ ਕਰਨ ਤਾਂ ਸਹੀ। ਜੇਕਰ ਜਨਤਾ ਨੂੰ ਫਾਇਦਾ ਹੋਏਗਾ ਤਾਂ ਜਨਤਾ ਵੈਲਕਮ ਕਰੇਗੀ, ਪਰ ਇਹ ਤਾਂ ਜਿਹੜੀਆਂ ਗੱਲਾਂ ਹੀ ਨੇ, ਕੋਈ ਪ੍ਰੈਕਟੀਕਲ ਨਾ ਇਹਨਾਂ ਨੇ ਹੁਣ ਤੱਕ ਕੀਤਾ ਨਾ ਕਰਨਾ। ਉਹ ਕਿਉਂਕਿ ਭਗਵੰਤ ਮਾਨ ਜੀ ਸਿਰਫ ਚੀਫ ਮਿਨਿਸਟਰ ਨੇ, ਇਹਨਾਂ ਦੇ ਸੁਪਰ ਚੀਫ ਮਿਨਿਸਟਰ ਜਿਹੜੇ ਨੇ ਉਹ ਦਿੱਲੀ ਬੈਠੇ ਨੇ, ਕੇਜਰੀਵਾਲ ਜੀ, ਔਰ ਇਹ ਆਪਣੀ ਮਰਜ਼ੀ ਨਾਲ ਕੋਈ ਕੰਮ ਕਰ ਨਹੀਂ ਸਕਦੇ। ਦੂਸਰੀ ਗੱਲ, ਹੁਣੇ ਹੀ ਮੇਰੇ ਮਿੱਤਰ ਭਾਰਤੀ ਜਨਤਾ ਪਾਰਟੀ ਦੇ ਨੇ, ਉਹਨਾਂ ਨੇ ਕਿਹਾ ਵੀ ਅਸੀਂ ਬੜਾ ਇਤਿਹਾਸਕ ਫੈਸਲਾ ਲਿੱਤਾ ਕਿ ਪੈਟਰੋਲ ਔਰ ਡੀਜ਼ਲ ਦਾ ਰੇਟ ਘਟਾਇਆ। ਤੇ ਭਾਈ ਸਾਹਿਬ 24 ਇਲੈਕਸ਼ਨ ਖਤਮ ਹੁੰਦਿਆਂ ਸਾਰ 24 ਰੁਪਏ ਦੇ ਕਰੀਬ ਤੁਸੀਂ ਵਧਾਤਾ। ਵਿਨੋਦ ਜੀ, ਉਸ ਮਸਲੇ ਤੇ ਵੀ ਗੱਲ ਕਰਾਂਗੇ, ਉਸ ਮਸਲੇ ਤੇ ਵੀ ਗੱਲ ਕਰਾਂਗੇ, ਪਰੰਤੂ ਪਹਿਲਾਂ ਮੈਂ ਤੁਹਾਡਾ ਪੱਖ ਸਿਰਫ ਤੇ ਸਿਰਫ ਸੇਵਾ ਕੇਂਦਰਾਂ ਨੂੰ ਲੈ ਕੇ ਜਾਣਨਾ ਚਾਹੁੰਦਾ। ਉਸ ਮਸਲੇ ਤੇ ਵੀ ਅਗਲਾ ਮੇਰਾ ਸਟੈਪ ਉਹੀ ਰਹੇਗਾ, ਪਹਿਲਾਂ ਇਸ ਮਸਲੇ ਤੇ ਗੱਲ ਕਰ ਲਈਏ। ਬਸ ਮੈਂ ਇਹ ਕਹਿਣਾ ਵੀ ਉਹ ਜੇਕਰ ਉਹ ਖੋਲਣਾ ਚਾਹੁੰਦੇ ਆ ਤਾਂ ਉਹ ਕਿਹਦੀ ਵੇਟ ਕਰ ਰਹੇ ਆ? ਕਿਉਂ 15 ਅਗਸਤ ਦੀ ਡੇਟ ਕਿਉਂ ਪਾਤੀ ਉਹਨਾਂ ਨੇ? ਉਹ ਅੱਜ ਤੋਂ ਕਿਉਂ ਨਹੀਂ ਖੋਲ ਦਿੰਦੇ? ਸਵੇਰ ਤੋਂ ਕਿਉਂ ਨਹੀਂ ਖੋਲ ਦਿੰਦੇ? ਇਹ ਸਿਰਫ ਤੇ ਸਿਰਫ ਲੋਕਾਂ ਨੂੰ ਭਰਮਾ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਔਰ ਆਪਣੀ ਸਕਿਨ ਸੇਵ ਕਰ ਰਹੇ ਆ ਕਿ ਅਸੀਂ ਜਿਹੜੇ ਵਾਅਦੇ ਕੀਤੇ ਸੀ ਅਸੀਂ ਹਰੇਕ ਵਾਅਦਾ ਟੱਚ ਕਰ ਰਹੇ ਆ, ਅਸੀਂ ਅੱਗੇ ਉਹਨੂੰ ਪ੍ਰੈਕਟੀਕਲ ਰੂਪ ਦੇ ਰਹੇ ਆ ਜਾਂ ਨਹੀਂ ਦੇ ਰਹੇ, ਇਹਦੇ ਉੱਪਰ ਇਹਨਾਂ ਦਾ ਕੋਈ ਜਵਾਬ ਨਹੀਂ, ਕਿਉਂਕਿ ਇਹਨਾਂ ਨੇ ਕੁਝ ਕੀਤਾ ਹੀ ਨਹੀਂ। ਜੀ ਖਾਲਿਦ ਸਾਹਿਬ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਵੱਖੋ ਵੱਖ ਬੁਲਾਰਿਆਂ ਨੇ ਆਪੋ ਆਪਣੇ ਸੁਝਾਅ ਦਿੱਤੇ ਨੇ, ਆਪੋ ਆਪਣੀ ਗੱਲ ਰੱਖੀ ਹੈ, ਮਠਾੜੂ ਸਾਹਿਬ ਹੋਣ, ਭਾਰਤੀ ਸਾਹਿਬ ਹੋਣ, ਅਰੋੜਾ ਸਾਹਿਬ ਹੋਣ, ਪਰੰਤੂ ਸਵਾਲ ਇਹ ਉੱਠਦਾ ਹੈ ਕਿ ਵੱਖੋ ਵੱਖ ਸਰਕਾਰਾਂ ਨੇ ਆਪਣੇ ਦੌਰ ਦੇ ਵਿੱਚ ਕੰਮ ਕੀਤੇ ਗਏ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਇਹ ਸ਼ਲਾਘਾ ਸੀ ਜਦੋਂ ਇਹ ਸੇਵਾ ਕੇਂਦਰ ਖੋਲ੍ਹੇ ਗਏ ਸਨ, ਪਰੰਤੂ ਸਵਾਲ ਜਿਸ ਤਰ੍ਹਾਂ ਮਠਾੜੂ ਸਾਹਿਬ ਵੱਲੋਂ ਚੁੱਕਿਆ ਗਿਆ ਸੀ ਕਿ ਕਾਂਗਰਸ ਵੇਲੇ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਦੋਂ ਇਸ ਗੱਲ ਦਾ ਲੋਕਾਂ ਨੂੰ ਵੀ ਨਾਰਾਜ਼ਗੀ ਸੀ ਕਿਉਂਕਿ ਕਾਂਗਰਸ ਵੱਲੋਂ ਇਹ ਜੋ ਪੱਖ ਆਪਣਾ ਲਿਆ ਗਿਆ ਸੀ ਇਹ ਕਿਤੇ ਨਾ ਕਿਤੇ ਲੋਕਾਂ ਤੋਂ ਦੁਖੀ ਕਰਨ ਵਾਲਾ ਸੀ, ਨਿਰਾਸ਼ ਕਰਨ ਵਾਲਾ ਸੀ। ਤੇ ਹੁਣ ਮਾਨ ਸਰਕਾਰ ਕਹਿੰਦੀ ਹੈ ਕਿ ਉਹਨਾਂ ਸੇਵਾ ਕੇਂਦਰਾਂ ਦੇ ਵਿੱਚ ਅਸੀਂ ਮੁਹੱਲਾ ਕਲੀਨਿਕ ਖੋਲਾਂਗੇ। ਇੱਕ ਪਾਸੇ ਤਾਂ ਮਾਨ ਸਰਕਾਰ ਇਹ ਵੀ ਵਾਅਦਾ ਤੇ ਦਾਅਵਾ ਕਰਦੀ ਹੈ ਕਿ ਅਸੀਂ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਲੋਕਾਂ ਨੂੰ ਵਧੀਆ ਸਹੂਲਤ ਦੇਵਾਂਗੇ, ਪਰੰਤੂ ਦੂਜੇ ਪਾਸੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਲਗਭਗ 3000 ਡਿਸਪੈਂਸਰੀਆਂ ਨੇ ਜਿਨ੍ਹਾਂ ਦੇ ਵਿੱਚ ਨਾ ਤਾਂ ਸਟਾਫ ਪੂਰਾ ਹੈ, ਠੀਕ ਹੈ, ਤੇ ਨਾ ਹੀ ਉੱਥੇ ਦਵਾਈਆਂ ਮੁਹੱਈਆ ਹੋ ਰਹੀਆਂ, ਤੇ ਨਾ ਹੀ ਉੱਥੇ ਕਿਸੇ ਤਰ੍ਹਾਂ ਦੀ ਇਦਾਂ ਦੀ ਸੁਵਿਧਾ ਹੈ ਜੋ ਆਮ ਮਰੀਜ਼ ਨੂੰ ਮਿਲ ਸਕੇ, ਕਿਸੇ ਲੋੜਵੰਦ ਨੂੰ ਮਿਲ ਸਕੇ। ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਦਾਂ ਹੈਗਾ ਕਿ ਇਲੈਕਸ਼ਨ ਦਾ ਜਿਸ ਵੇਲੇ ਕੈਂਪੇਨ ਚੱਲ ਰਿਹਾ ਸੀਗਾ ਪਿਛਲਾ ਜੀ, ਉਹਦੇ ਵਿੱਚ ਬੜਾ ਸਕਸੈਸਫੁਲੀ ਆਮ ਆਦਮੀ ਪਾਰਟੀ ਨੇ, ਦਿੱਲੀ ਦੀ ਯੂਨਿਟ ਨੇ ਔਰ ਲੋਕਲ ਯੂਨਿਟ ਨੇ ਆਪਣਾ ਦਿੱਲੀ ਦਾ ਮਾਡਲ ਲੋਕਾਂ ਦੇ ਸਾਹਮਣੇ ਰੱਖਿਆ, ਲੋਕਾਂ ਨੇ ਉਹਨੂੰ ਐਕਸੈਪਟ ਕੀਤਾ। ਹੋਰ ਵੀ ਕਈ ਕਾਰਨ ਸੀਗੇ, ਇੱਕ ਇਹ ਵੀ ਸੀਗਾ ਕਿ ਦਿੱਲੀ ਮਾਡਲ ਹੈ ਸਾਡਾ ਜੀ। ਉਹ ਦਿੱਲੀ ਮਾਡਲ ਕੀ ਹੈ, ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ। ਉਹਨਾਂ ਵਿੱਚੋਂ ਇੱਕ ਜਿਹੜੀ ਚੀਜ਼ ਹੈਗੀ ਹੈ, ਹੋ ਗਈ ਮਹੱਲਾ ਕਲੀਨਿਕ। ਮੈਂ ਮਹੱਲਾ ਕਲੀਨਿਕ ਜਿਹੜਾ ਹੈਗਾ ਬਜ਼ਾਤੇ ਖੁਦ ਦਿੱਲੀ ਦੇ ਵਿੱਚ ਦੇਖੇ ਹੋਏ ਆ। ਹੁਣ ਸਵਾਲ ਇਹ ਹੈਗਾ ਕਿ ਤੁਸੀਂ ਸਾਡੀ ਜਿਹੜੀ ਸਿਹਤ ਸੁਵਿਧਾਵਾਂ ਹੈਗੀਆਂ ਉਹਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਆ ਗਏ, ਡਿਸਪੈਂਸਰੀਆਂ ਆ ਗਈਆਂ, ਉਹਦੇ ਵਿੱਚ ਸਿਵਲ ਹਸਪਤਾਲ ਆ ਗਏ, ਉਹਦੇ ਵਿੱਚ ਵੱਡੇ ਹਸਪਤਾਲ ਆ ਗਏ ਜਿਵੇਂ ਰਜਿੰਦਰਾ ਹਸਪੀਟਲ ਵਗੈਰਾ ਜੀ। ਜਿਹੜੇ ਮਹੱਲਾ ਕਲੀਨਿਕ ਹੈ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਤੋਂ ਡਿਫਰੈਂਟ ਹੋਣਗੇ?
ਹੂੰ ਮੈਂ ਮਤਲਬ ਇਹ ਹੈਗਾ ਕਿ ਉੱਥੇ ਕਿਸ ਤਰ੍ਹਾਂ ਦੀਆਂ ਸੁਵਿਧਾ ਦਿੱਤੀਆਂ ਜਾਣਗੀਆਂ ਜਿਹੜੀਆਂ ਕਿ ਡਿਫਰੈਂਟ ਹੋਣਗੀਆਂ, ਜਿਹੜੀਆਂ ਹੋਰ ਕਿਤੇ ਨਹੀਂ ਦਿੱਤੀਆਂ ਜਾਂਦੀਆਂ। ਅਗਰ ਇਹ ਸੁਵਿਧਾ ਉਹੀ ਹੈ ਜਿਹੜੀਆਂ ਕਿ ਪ੍ਰਾਇਮਰੀ ਹੈਲਥ ਸੈਂਟਰ ਜਾਂ ਹੋਰ ਜਗ੍ਹਾ ਦਿੱਤੀਆਂ ਜਾਂਦੀਆਂ, ਤਾਂ ਜਿਹੜਾ ਹੈਗਾ ਇਹ ਰਿਸੋਰਸਿਸ ਦੀ ਵੇਸਟੇਜ ਹੈ। ਕਿਉਂਕਿ ਜਿਹੜਾ ਸਟਾਫ ਹੈਗਾ ਹੋਰ ਜ਼ਿਆਦਾ ਅਪਾਇੰਟ ਕਰਨਾ ਪਏਗਾ, ਡਾਕਟਰਸ ਅਪਾਇੰਟ ਕਰਨੇ ਪੈਣਗੇ, ਦਵਾਈਆਂ ਹੋਰ ਜਿਹੜੀਆਂ ਹੈਗੀਆਂ ਪ੍ਰਾਇਮਰੀ ਹੈਲਥ ਸੈਂਟਰ 'ਚ ਵੀ ਦਵਾਈਆਂ ਦੇਵੋਗੇ, ਤੁਸੀਂ ਮਹੱਲਾ ਕਲੀਨਿਕ 'ਚ ਦਵਾਈਆਂ ਦੇਵੋਗੇ, ਤੁਸੀਂ ਸਿਵਲ ਹਸਪਤਾਲ 'ਚ ਵੀ ਦੇਵੋਗੇ। ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਿਉਂ ਨਾ ਕੀਤਾ ਜਾਵੇ? ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਐਸਟੈਬਲਿਸ਼ਮੈਂਟ ਦਾ ਖਰਚਾ ਬਹੁਤ ਘਟ ਸਕਦਾ ਹੈ। ਲੇਕਿਨ ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਮਹੱਲਾ ਕਲੀਨਿਕ ਹੈਗੇ ਆ ਉਹਦੇ ਵਿੱਚ ਤੁਸੀਂ ਜਿਹੜੀਆਂ ਬਿਲਡਿੰਗਾਂ ਇਸਤੇਮਾਲ ਕਰ ਰਹੇ ਹੋ ਸਕਦਾ ਹੈ ਜਿਹੜਾ ਤੁਹਾਡਾ ਸਿਹਤ ਜਿਹੜਾ ਹੈਗਾ ਸੇਵਾ ਕੇਂਦਰ ਹੈ ਜਾਂ ਸਾਂਝ ਕੇਂਦਰ ਹੈ ਉਹ ਕਿਤੇ ਦੂਰ ਹਟ ਕੇ ਹੋਵੇ। ਉਹਨੂੰ ਕਿਉਂ ਨਾ ਆਪਾਂ ਜਿਹੜੀ ਸਿਵਲ ਹਸਪੀਟਲ ਹੈ ਜਾਂ ਜਿੱਥੇ ਪਹਿਲਾਂ ਸਿਹਤ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਹੀ ਜਾਂ ਉਹਦੇ ਵਿੱਚ ਹੀ ਕਿਉਂ ਨਾ ਖੋਲ ਦਿੱਤਾ ਜਾਏ। ਔਰ ਫਿਰ ਇਹ ਹੈਗਾ ਵੀ ਸਰਕਾਰ ਨੂੰ ਇਹ ਸਿਰਫ ਇਹ ਨਹੀਂ ਕਹਿਣਾ ਚਾਹੀਦਾ ਮਹੱਲਾ ਕਲੀਨਿਕ ਖੋਲਾਂਗੇ। ਇਹ ਦੱਸੋ ਮਹੱਲਾ ਕਲੀਨਿਕ ਜਿਹੜਾ ਹੈਗਾ ਉਹਦੀਆਂ ਕੀ ਰਿਸਪੌਂਸਿਬਿਲਿਟੀਜ਼ ਹੋਣਗੀਆਂ? ਕਿਆ ਇਹ ਇੱਕ ਸੈਪਰੇਟ ਮਹਿਕਮੇ ਦੇ ਅੰਡਰ ਕੰਮ ਕਰੇਗਾ ਜਾਂ ਜਿਹੜੀ ਪਬਲਿਕ ਹੈਲਥ ਕਾਰਪੋਰੇਸ਼ਨ ਹੈ ਉਹਦੇ ਨਾਲ ਹੀ ਜੁੜਿਆ ਹੋਏਗਾ? ਇਹਦੀਆਂ ਟਾਈਮਿੰਗਸ ਕੀ ਹੋਣਗੀਆਂ? ਉਹਨੂੰ ਮੈਨਿੰਗ ਕੌਣ ਕਰੇਗਾ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਪਬਲਿਕ ਡੋਮੇਨ ਦੇ ਵਿੱਚ ਆਉਣੀਆਂ ਚਾਹੀਦੀਆਂ ਨਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਮਹੱਲਾ ਕਲੀਨਿਕ ਦਾ ਕਨਸੈਪਟ ਕੀ ਹੈ। ਹੁਣ ਤਾਂ ਸਾਨੂੰ ਦੋ ਹੀ ਸ਼ਬਦਾਂ ਦਾ ਪਤਾ ਮਹੱਲਾ ਕਲੀਨਿਕ, ਲੇਕਿਨ ਉਹ ਹੈ ਕਿਆ ਇਹਦੇ ਬਾਰੇ ਵੀ ਪੂਰਾ ਕਲੀਅਰਲੀ, ਤਾਂ ਕਿ ਪਤਾ ਲੱਗੇ ਲੋਕਾਂ ਨੂੰ ਔਰ ਉਹਦੇ ਮੁਤਾਬਕ ਲੋਕ ਆਪਣਾ ਵਿਊ ਪੁਆਇੰਟ ਬਣਾਉਣ ਔਰ ਆਪਣਾ ਫੀਡਬੈਕ ਵੀ ਦੇਣ ਕਿ ਉਹਦੇ 'ਚ ਸੁਧਾਰ ਹੋ ਸਕਦਾ। ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਦੇਖੋ ਇੱਕ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਆਈ ਹੈ, 92 ਸੀਟਾਂ ਲੋਕਾਂ ਨੇ ਦਿੱਤੀਆਂ, ਤਾਂ ਲੋਕਾਂ ਨੂੰ ਲੂਪ ਦੇ ਵਿੱਚ ਲੈ ਕੇ ਡਿਵੈਲਪਮੈਂਟ ਦੇ ਕੰਮ ਕਰਨਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਜਿਹਨੂੰ ਅਸੀਂ ਵੋਟਾਂ ਪਾਈਆਂ ਉਹ ਸਾਡੇ ਵਾਸਤੇ ਕੀ ਕਰ ਰਿਹਾ ਹੈ। ਅਗਰ ਤੁਸੀਂ ਉਹਨੂੰ ਭੁਲੋ ਕੇ ਲੁਕੋ ਕੇ ਕੰਮ ਕਰੋਗੇ ਤਾਂ ਉਹਦਾ ਕੋਈ ਮਤਲਬ ਨਹੀਂ ਹੈ। ਜਨਤਾ ਨੂੰ ਪਤਾ ਹੋਣਾ ਚਾਹੀਦਾ, ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਇਹਦੇ ਬਾਰੇ। ਜੀ, ਇਸ ਪੱਖ ਨੂੰ ਅਸੀਂ ਪੂਰੇ ਸਵਾਲ ਤੁਹਾਡੇ ਵੱਲੋਂ ਜੋ ਦਿੱਤੇ ਗਏ ਇਹ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਦਾ ਜਵਾਬ ਦੇਣਾ ਸੀ, ਹਾਲਾਂਕਿ ਆਮ ਆਦਮੀ ਪਾਰਟੀ ਦਾ ਕੋਈ ਬੁਲਾਰਾ ਸਾਡੇ ਨਾਲ ਨਹੀਂ ਜੁੜ ਪਾਇਆ, ਜਿਸ ਕਰਕੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਅਧੂਰੇ ਰਹਿਣਗੇ, ਖੜੇ ਰਹਿਣਗੇ। ਸਿਆਸੀ ਧਿਰ ਦੇ ਉੱਤੇ ਇਹ ਸਵਾਲ ਰਹੇਗਾ ਕਿ ਉਹਨਾਂ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ। ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਤੇ ਇਸ ਦੇ ਤਹਿਤ ਅਸੀਂ ਅਗਲੇ ਮੁੱਦੇ ਤੇ ਜੁੜਾਂਗੇ ਜੋ ਬਹੁਤ ਹੀ ਇਸ ਸਮੇਂ ਦਾ ਦਿਲਚਸਪ ਮੁੱਦਾ ਬਣਿਆ ਹੋਇਆ ਪੂਰੇ ਦੇਸ਼ ਦਾ। ਪੈਟਰੋਲ ਤੇ ਡੀਜ਼ਲ ਤੇ ਕੇਂਦਰ ਸਰਕਾਰ ਵੱਲੋਂ ਕਟੌਤੀ ਕੀਤੀ ਗਈ ਹੈ, ਰੇਟ ਘਟਾਏ ਗਏ ਨੇ। ਜੇ ਪੈਟਰੋਲ ਦੀ ਕੀਮਤ ਦੇਖੀ ਜਾਵੇ ਤਾਂ 9.5 ਰੁਪਏ ਪੰਜਾਬ ਦੇ ਵਿੱਚ ਸਸਤਾ ਹੋ ਚੁੱਕਾ ਹੈ ਤੇ 7 ਰੁਪਏ ਡੀਜ਼ਲ। ਹਾਲਾਂਕਿ ਕਿਤੇ ਨਾ ਕਿਤੇ ਸ਼ਲਾਘਾਯੋਗ ਕਦਮ ਜ਼ਰੂਰ ਬਣਦਾ ਹੈ, ਪਰੰਤੂ ਸਵਾਲ ਇਹ ਵੀ ਖੜਾ ਹੁੰਦਾ ਹੈ, ਦੀਵਾਨ ਸਾਹਿਬ ਤੁਹਾਡੇ ਤੋਂ ਹੀ ਸਿੱਧੇ ਤੌਰ ਤੇ ਮੈਂ ਸਵਾਲ ਪੁੱਛਾਂਗਾ। ਇਹ ਇੱਕ ਸ਼ਲਾਘਾਯੋਗ ਫੈਸਲਾ ਹੈ, ਪਰੰਤੂ ਸਵਾਲ ਇਹ ਖੜਾ ਹੁੰਦਾ ਹੈ ਕਿ GST ਦੇ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਕਿਉਂ ਨਹੀਂ ਲਿਆਂਦਾ ਜਾ ਰਿਹਾ? ਜੀ ਅਰੋੜਾ ਸਾਹਿਬ। ਇਸ ਤਰ੍ਹਾਂ ਚਰਨਜੀਤ ਸਿੰਘ ਜੀ, ਜਿਹੜੇ GST ਕੌਂਸਲ ਹੈ ਉਹਦੇ ਵਿੱਚ ਸਾਰੇ ਫੈਸਲੇ ਹੁੰਦੇ, ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹ ਉਸ GST ਕੌਂਸਲ ਦੇ ਵਿੱਚ ਮੈਂਬਰ ਹੈਗੀਆਂ। ਹੁਣ ਸਟੇਟਾਂ ਜਿਹੜੀਆਂ ਨੇ GST ਨੂੰ ਪੈਟਰੋਲ ਔਰ ਡੀਜ਼ਲ ਜਿਹੜਾ GST ਦੇ ਤਹਿਤ ਲਿਆਂਦਾ ਜਾਏ, ਕਿਉਂ ਸਾਰੀਆਂ ਸਟੇਟਾਂ ਮੰਗ ਨਹੀਂ ਕਰਦੀਆਂ? ਪਹਿਲੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ, ਕਿਉਂ ਮੀਟਿੰਗ ਦੇ ਵਿੱਚ GST ਦੇ ਵਿੱਚ ਲਿਆਣਾ ਪੈਟਰੋਲ ਔਰ ਡੀਜ਼ਲ ਨੂੰ ਕਿਉਂ ਨਕਾਰ ਦਿੱਤਾ ਜਾਂਦਾ ਸੀ? ਅੱਜ ਵੀ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕਿਉਂ ਉੱਥੋਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜਿਹੜੇ ਆਏ ਇਸ ਚੀਜ਼ ਤੇ ਸਹਿਮਤੀ ਨਹੀਂ ਦਿੰਦੇ? ਤੁਸੀਂ ਦੇਖੋ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਅੱਜ 30 ਰੁਪਏ ਪੈਟਰੋਲ ਦੇ ਉੱਤੇ GST ਹੈ ਰਾਜਸਥਾਨ ਸਰਕਾਰ ਦੀ, ਔਰ ਸਿਰਫ ਅੱਖਾਂ ਪੂੰਝਣ ਲਈ 1.5 ਰੁਪਇਆ ਘਟਾਇਆ। ਉਹ ਵੀ ਅੱਜ ਫੈਸਲਾ ਲਿਆ ਰਾਜਸਥਾਨ ਸਰਕਾਰ ਨੇ, ਤੇ ਪੰਜਾਬ ਸਰਕਾਰ ਵੱਲੋਂ ਅਜੇ ਵੀ ਕੋਈ ਫੈਸਲਾ ਨਹੀਂ ਲਿਆ, ਕਿਉਂਕਿ ਲੋਕ 26 ਰੁਪਏ ਜਿਹੜਾ ਵਾ ਇਹ ਪੈਟਰੋਲ ਦੇ ਉੱਤੇ ਜਿਹੜਾ ਵਾ ਟੈਕਸ ਵਸੂਲਦਾ ਹੈ। ਸੋ ਗੱਲ ਇਹ ਹੈ ਕਿ ਲੋਕਾਂ ਵਾਸਤੇ ਗੱਲਾਂ ਕਰਨੀਆਂ, ਗਰੀਬਾਂ ਵਾਸਤੇ ਗੱਲਾਂ ਕਰਨੀਆਂ, ਇਹ ਬੜਾ ਸੌਖਾ ਕੰਮ ਹੈ। ਵਾਸਤਵਿਕ ਰੂਪ ਦੇ ਵਿੱਚ ਇਹ ਦੋਨੇ ਪਾਰਟੀਆਂ ਜਿਹੜੀਆਂ ਨੇ, ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ, ਇਹ ਗਰੀਬ ਮਾਰੂ ਪਾਰਟੀਆਂ ਨੇ। ਗਰੀਬਾਂ ਬਾਰੇ ਕੋਈ ਵਿਚਾਰ ਨਹੀਂ ਹੈ, ਕੋਈ ਆਈਡੀਓਲੋਜੀ ਨਹੀਂ ਹੈ। ਉਹਨੇ ਜਿਹੜਾ ਤੁਸੀਂ ਪਿੱਛੇ ਡਿਸਕਸ ਕੀਤਾ
ਮੈਨੂੰ ਲੱਗਦਾ ਉਹ ਜਿੱਦਾਂ ਰਾਹੁਲ ਗਾਂਧੀ ਨੇ ਕਿਹਾ ਸੀ ਨਾ ਕਿ ਆਲੂ ਤੋਂ ਸੋਨਾ ਬਣਾਉਣ ਵਾਲੀ ਮਸ਼ੀਨ ਦੇਵਾਂਗੇ, ਤਾਂ ਮੈਨੂੰ ਜੋ ਲੱਗਦਾ ਕਿ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੇ ਆ, ਮਸ਼ੀਨ ਰੱਖ ਦੇਣਗੇ, ਮਰੀਜ਼ ਜਾਏਗਾ ਉੱਥੇ ਟਾਈਪ ਕਰੇਗਾ ਮੈਨੂੰ ਸਿਰ ਦਰਦ ਹੋ ਰਿਹਾ ਵਾ, ਤੇ ਸਿਰ ਦਰਦ ਦੀ ਗੋਲੀ ਬਾਹਰ ਆ ਜਾਏਗੀ। ATM ਮਸ਼ੀਨਾਂ ਲਗਾ ਦੇਣਗੇ। ਕੋਈ ਏਦਾਂ ਦਾ ਫਾਰਮੂਲਾ ਸ਼ਾਇਦ ਤਿਆਰ ਕਰਨ ਜਾ ਰਹੇ ਹੈ। ਸੋ ਮੈਂ ਸਮਝਦਾ ਕਿ ਗਰੀਬਾਂ ਵਾਸਤੇ ਇਹਨਾਂ ਦੇ ਕੋਲ ਨਾ ਕੋਈ ਵਿਚਾਰ ਹੈ। ਤੁਸੀਂ ਦੇਖੋ ਇਹਨਾਂ ਦੇ 92 MLA ਜਿੱਤੇ ਹੈ ਪੰਜਾਬ ਦੇ ਵਿੱਚ। ਕਿਸੇ ਵੀ MLA ਕੋਲੋਂ ਤੁਸੀਂ ਆਪਣੀ ਟੀਮ ਭੇਜ ਕੇ ਦੇਖ ਲਓ ਔਰ ਉਹਨਾਂ ਦੇ ਵਿਚਾਰ, ਉਹਨਾਂ ਦੀ ਆਈਡੀਓਲੋਜੀ ਪੁੱਛ ਲਓ, ਕਿਸੇ ਕੋਲ ਕੋਈ ਵਿਚਾਰ ਨਹੀਂ ਹੈ। ਜੋ ਵਿਚਾਰ ਜਿਹੜੇ ਆ ਉਹ ਭਗਵੰਤ ਮਾਨ ਜੀ ਕੋਲ ਵੀ ਨਹੀਂ ਆ, ਉਹ ਵੀ ਵਿਚਾਰ ਲੈਣ ਵਾਸਤੇ ਉਹਨਾਂ ਨੂੰ ਦਿੱਲੀ ਜਾਣਾ ਪੈਂਦਾ। ਸੋ ਇਹ ਇਸ ਸਰਕਾਰ ਦੀ ਜਿਹੜੀ ਹੈ ਇਹ ਹਾਲਤ ਹੈ। ਦੀਵਾਨ ਜੀ, ਇੱਕ ਸਵਾਲ ਹੋਰ ਮੈਂ ਖੜਾ ਕਰਨਾ ਚਾਹੁੰਦਾ ਤੁਹਾਡੇ ਖਿਲਾਫ। ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਕਿਤੇ ਨਾ ਕਿਤੇ BJP ਦਾ ਸਾਥ ਨਹੀਂ ਦਿੱਤਾ, ਜਿਵੇਂ ਤੁਸੀਂ ਰਾਜਸਥਾਨ ਦੀ ਉਦਾਹਰਨ ਦਿੱਤੀ ਹੈ, ਤਾਂ ਪ੍ਰਧਾਨ ਮੰਤਰੀ ਦੇਸ਼ ਦੇ ਜਾਂ ਗ੍ਰਹਿ ਮੰਤਰੀ ਦੇਸ਼ ਦੇ ਉਹ ਬਿਆਨ ਕਿਉਂ ਨਹੀਂ ਦਿੰਦੇ, ਸਟੇਟਮੈਂਟ ਕਿਉਂ ਨਹੀਂ ਦਿੰਦੇ ਇਹਨਾਂ ਗੱਲਾਂ ਨੂੰ ਲੈ ਕੇ ਕਿ ਸਾਨੂੰ, ਅਸੀਂ ਤਾਂ GST ਦੇ ਵਿੱਚ ਜਾਣਾ ਚਾਹੁੰਦੇ ਹਾਂ ਪਰੰਤੂ ਕਾਂਗਰਸ ਨਹੀਂ ਸਾਨੂੰ ਜਾਣ ਦੇਣਾ ਚਾਹੁੰਦੀ? ਨਹੀਂ ਚਰਨਜੀਤ ਸਿੰਘ ਜੀ, ਤੁਸੀਂ ਏਡੇ ਵੱਡੇ ਮੀਡੀਆ ਐਂਕਰ ਹੈਗੇ ਹੋ। ਪਿਛਲੇ ਦਿਨੀ, ਅੱਜ ਤੋਂ 1 ਮਹੀਨਾ ਪਹਿਲੇ ਮੋਦੀ ਜੀ ਨੇ ਆਪਣੇ ਸਾਰੇ ਮੁੱਖ ਮੰਤਰੀਆਂ ਦੀ ਮੀਟਿੰਗ ਲਈ ਹੈ, ਵਰਚੁਅਲ ਮੀਟਿੰਗ ਹੋਈ ਹੈ। ਵਰਚੁਅਲ ਮੀਟਿੰਗ 'ਚ ਉਹਨਾਂ ਨੇ ਗੱਲ ਕਹੀ ਹੈ ਕਿ ਹਰ ਸਟੇਟ ਨੂੰ ਪੈਟਰੋਲ ਔਰ ਡੀਜ਼ਲ ਦੇ, ਕਿਉਂਕਿ ਯੂਕਰੇਨ ਦੇ ਨਾਲ ਸਾਡਾ ਜਿਹੜੀ ਆ ਲੜਾਈ ਚੱਲ ਰਹੀ ਹੈ ਰਸ਼ੀਆ ਦੇ ਯੂਕਰੇਨ ਦੀ, ਹਰ ਸਟੇਟ ਨੂੰ ਇਹਦੇ ਤੇ ਵਿਚਾਰਨਾ ਚਾਹੀਦਾ। ਰੇਟ ਜਿਹੜੇ ਹੈ ਰਿਵਾਈਜ਼ ਕਰਨੇ ਚਾਹੀਦੇ ਹੈ। GST ਦੇ ਵੈਟ ਤੇ ਸਟੇਟਾਂ ਨੂੰ ਵੈਟ ਜਿਹੜਾ ਆਇਲ ਪ੍ਰੋਡਕਟ ਦੇ ਉੱਤੇ ਵੈਟ ਦੇ ਰੇਟ ਨੂੰ ਰਿਵਾਈਜ਼ ਕਰਨੇ ਚਾਹੀਦੀ ਹੈ। ਔਰ ਸੈਂਟਰ ਵੀ ਜਿਹੜਾ ਇਹਦੇ ਬਾਰੇ ਵਿਚਾਰ ਕਰ ਰਿਹਾ। ਇਹ ਜ਼ਿਆਦਾ ਨਹੀਂ ਹੈ, 20-25 ਦਿਨ ਪਹਿਲੇ ਦੀ ਗੱਲ ਹੈ। ਜੀ ਭਾਰਤੀ ਸਾਹਿਬ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਦੀਵਾਨ ਸਾਹਿਬ ਨੇ ਸਿੱਧੇ ਆਰੋਪ ਵੀ ਲਗਾ ਦਿੱਤੇ ਨੇ ਪੈਟਰੋਲ ਡੀਜ਼ਲ ਨੂੰ ਲੈ ਕੇ ਕਿ ਕਾਂਗਰਸ GST ਦੇ ਵਿੱਚ ਸਾਨੂੰ ਜਾਣ ਨਹੀਂ ਦਿੰਦੀ, ਅਸੀਂ ਤਾਂ GST ਦੇ ਵਿੱਚ ਕਦੋਂ ਦੇ ਜਾਣਾ ਚਾਹੁੰਦੇ ਹਾਂ। ਪੈਟਰੋਲ ਜਿਹੜਾ ਹੈ ਉਹ ਮਹਾਰਾਸ਼ਟਰ ਦੇ ਵਿੱਚ ਹੈ ਔਰ ਰਾਜਸਥਾਨ ਦੇ ਵਿੱਚ ਹੈ, ਸਭ ਤੋਂ ਮਹਿੰਗਾ। ਜੀ ਭਾਰਤੀ ਜੀ, ਤੁਹਾਡਾ ਪੱਖ ਜਾਣਨਾ ਚਾਹੁੰਦਾ। ਮਹਾਰਾਸ਼ਟਰ ਦੇ ਵਿੱਚ ਵੀ ਕਾਂਗਰਸ ਸਮਰਥਿਤ ਸਰਕਾਰ ਹੈਗੀ ਆ। ਜੀ ਰੋੜਾ ਜੀ ਚੁੱਪ ਕਰ ਕੇ ਮੈਂ ਸਵਾਲ ਦਿਓ। ਜੀ ਉਹ ਤਾਂ ਚੁੱਪ ਨੇ, ਜਵਾਬ ਦਿਓ ਤੁਸੀਂ। ਗੱਲ ਇਹ ਹੈ ਵੀ ਜਿਹੜੀ GST ਕੌਂਸਲ ਵਾਲੀ ਗੱਲ ਕੀਤੀ ਹੈ, GST ਕੌਂਸਲ ਦੀ ਮੀਟਿੰਗ ਹੁੰਦੀ ਹੈ, ਉੱਥੇ ਸੁਜੈਸ਼ਨਸ ਮੰਗ ਲਿੱਤੀਆਂ ਜਾਂਦੀਆਂ। ਮੰਨਣਾ ਨਾ ਮੰਨਣਾ ਕੇਂਦਰ ਵਿੱਚ ਬੈਠੀ ਤਾਨਾਸ਼ਾਹੀ ਸਰਕਾਰ ਦੇ ਵੱਸ 'ਚ ਹੈ ਕਿ ਉਹਨਾਂ ਨੇ ਮੰਨਣੀ ਹੈ ਕਿਸੇ ਦੀ ਗੱਲ ਕਿ ਨਹੀਂ ਮੰਨਣੀ। ਕਾਂਗਰਸ ਦੀਆਂ ਤਾਂ 1-2 ਸਟੇਟਾਂ 'ਚ, 3 ਸਟੇਟਾਂ 'ਚ ਸਰਕਾਰਾਂ ਨੇ, ਬਾਕੀ ਮੈਜੋਰਿਟੀ 'ਚ ਇਹਨਾਂ ਦੀਆਂ ਸਰਕਾਰਾਂ ਨੇ BJP ਦੀਆਂ। ਅੱਗੇ ਕਦੋਂ ਇਹ ਕਾਂਗਰਸ ਦੀ ਕੌਨਸੈਂਟ ਦੇ ਉੱਪਰ ਰਾਜ ਕਰਦੇ ਆ? ਇਹ ਜਦੋਂ ਆਰਡਰ ਕਰਦੇ ਨੇ ਤਾਂ ਉਹ ਕਿਸੇ ਨੇ ਰੋਕਣਾ ਉਹਨਾਂ ਨੂੰ? ਅੱਗੇ ਕਿਹੜਾ ਕੌਨਸੈਂਟ ਲੈ ਕੇ ਸਾਰੇ ਕਰਦੇ ਆ? ਜੇ ਧਾਰਾ 370 ਤੋੜੀ ਇਹਨਾਂ ਨੇ ਸਾਰਿਆਂ ਦੀ ਕੌਨਸੈਂਟ ਥੋੜਾ ਲਿੱਤੀ ਹੈ। ਇਹ ਤਾਂ ਐਵੇਂ ਗੱਲਾਂ ਹੀ ਨੇ, ਕਿਉਂਕਿ ਲੋਕਾਂ ਨੂੰ ਭਰਮਾਣਾ, ਲੋਕਾਂ ਨੂੰ ਗੁੰਮਰਾਹ ਕਰਨਾ BJP ਦੀ ਸਭ ਤੋਂ ਵੱਡੀ ਕੁਆਲਿਟੀ ਹੈ। ਜੁਲਾਈ 2008 ਚ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ, $132 ਪਰ ਬੈਰਲ ਰੇਟ ਸੀ ਔਰ 50 ਰੁਪਏ ਲੀਟਰ ਪੈਟਰੋਲ ਵਿਕਦਾ ਸੀ, 34 ਰੁਪਏ ਲੀਟਰ ਡੀਜ਼ਲ ਵਿਕਦਾ ਸੀ। ਅਕਤੂਬਰ 2021 ਚ $82 ਪਰ ਬੈਰਲ ਪੈਟਰੋਲ ਦਾ ਰੇਟ ਸੀ ਇੰਪੋਰਟ ਦਾ, ਔਰ ਹਿੰਦੁਸਤਾਨ ਚ 110 ਰੁਪਏ ਪਰ ਲੀਟਰ ਪੈਟਰੋਲ ਵੇਚਿਆ। 27 ਲੱਖ ਕਰੋੜ ਰੁਪਈਆ ਇਹਨਾਂ ਨੇ ਪ੍ਰੋਫਿਟ ਕਮਾਇਆ ਪੈਟਰੋਲ ਡੀਜ਼ਲ ਤੋਂ। ਕਿਹੜੇ ਗਰੀਬਾਂ ਨੂੰ ਇਹਨਾਂ ਨੇ ਫੈਸਿਲਿਟੀਜ਼ ਦੇਤੀਆਂ। ਔਰ ਦੂਸਰੀ ਗੱਲ ਇਹ ਹੈ ਕਿ ਹਾਈਐਸਟ ਰੇਟ ਹੈ 14 ਸਾਲਾਂ ਚ ਇਹਦਾ ਪੈਟਰੋਲ ਦਾ ਹਿੰਦੁਸਤਾਨ ਚ। 60% ਇਹਨਾਂ ਜਦ ਤੋਂ 2014 ਤੋਂ ਲੈ ਕੇ 22 ਤੱਕ 60% ਰੇਟ ਇਨਕਰੀਜ਼ ਹੋ चुके हैं। और कहते सियासत इस कदर अवाम पे एहसान करती है, पहले आंखें छीन लेती है फिर चश्मे दान करती है कि अज देश दे विच 43% 43 सालां विच इन्नी बेरोजगारी नहीं हुई जिन्नी अज बीजेपी दे राज विच हुई है। सब तो वध महंगाई बीजेपी दे राज विच हुई है, रिकॉर्ड दसदा है। राइजिंग प्राइसिस पेट्रोल डीजल और साडी जिहड़ी फॉरेन करंसी है वो रिड्यूस हुई है। सोने का रिजर्व जिहड़ा स्टॉक है वो घट गया।
ਭਾਰਤੀ ਜੀ ਇੱਕ ਸਵਾਲ ਪੁੱਛਣਾ ਚਾਹਾਂਗਾ ਇਹਦੇ ਵਿੱਚ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਵੱਲੋਂ ਸਲਾਹਾਂ ਤਾਂ ਲੈ ਲਿੱਤੀਆਂ ਜਾਂਦੀਆਂ ਨੇ, ਹਾਲਾਂਕਿ ਤੁਸੀਂ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਦੇ ਉੱਤੇ ਸਾਰਾ ਨਿਰਭਰ ਹੁੰਦਾ ਹੈ ਕਿ ਉਹਨਾਂ ਨੇ ਪੱਖ ਰੱਖਣਾ ਨਹੀਂ ਰੱਖਣਾ, ਇਸ ਤੇ ਕਾਰਵਾਈ ਕਰਨੀ ਹੈ, ਕੀ ਕਾਰਵਾਈ ਹੋਏਗੀ। ਪਰੰਤੂ ਫਿਰ ਤੁਸੀਂ ਉਹ ਮਿੰਟਸ ਕਿਉਂ ਨਹੀਂ ਜਾਰੀ ਕਰਦੇ? ਜਿਹੜੀ ਮੀਟਿੰਗ ਦੇ ਵਿੱਚ ਤੁਸੀਂ ਜਾਂਦੇ ਹੋ ਉਹਦੇ ਮਿੰਟਸ ਕਿਉਂ ਨਹੀਂ ਜਾਰੀ ਕਰਦੇ ਕਿ ਸਾਡੇ ਵੱਲੋਂ ਤਾਂ ਸਲਾਹ ਲਿੱਤੀ ਗਈ ਹੈ, ਅਸੀਂ ਤਾਂ ਹਾਂ ਪੱਖੀ ਹੁੰਗਾਰਾ ਪੜਿਆ, ਪਰ ਕੇਂਦਰ ਸਰਕਾਰ ਇਹਦੇ ਵੱਲ ਅੱਗੇ ਨਹੀਂ ਵਧ ਰਹੀ? ਭਾਈ ਸਾਹਿਬ, ਮੈਂ ਵਪਾਰ ਮੰਡਲ ਦਾ ਵੀ ਪ੍ਰੈਜ਼ੀਡੈਂਟ ਹਾਂ। ਅਸੀਂ ਇੱਕ ਦੋ ਵਾਰੀ ਪੰਜਾਬ ਦੇ ਫਾਈਨਾਂਸ ਮਿਨਿਸਟਰ ਹੁੰਦੇ ਸੀ ਮਨਪ੍ਰੀਤ ਬਾਦਲ ਜੀ, ਉਹਨਾਂ ਨੂੰ ਅਸੀਂ ਮੈਮੋਰੈਂਡਮ ਦਿੱਤੇ ਤੇ ਉਹਨਾਂ ਨਾਲ ਇਹ ਪਰਸਨਲੀ ਗੱਲ ਹੋਈ। ਉੱਥੇ ਉਹਨਾਂ ਨੂੰ ਕਿਹਾ ਵੀ ਆ ਤੁਸੀਂ ਉੱਥੇ GST ਕੌਂਸਲ ਦੀ ਮੀਟਿੰਗ 'ਚ ਜਾਣਾ ਹੈ। ਉਹ ਕਹਿੰਦੇ ਜੀ ਮੈਂ ਤਾਂ ਫਾਰਵਰਡ ਕਰ ਦੇਣਾ, ਅਸੀਂ ਉੱਥੇ ਆਪਣੀਆਂ ਸੁਜੈਸ਼ਨਸ ਰੱਖਦੇ ਹਾਂ। ਲੇਕਿਨ ਉਹ ਜਦੋਂ ਉਹਨਾਂ ਦਾ ਡਿਸੀਜਨ ਆਉਂਦਾ ਹੈ ਉਦੋਂ ਪਤਾ ਲੱਗਦਾ ਕਿ ਇਹਨਾਂ ਨੇ ਸਾਡੀ ਜਿਹੜੀ ਦਿੱਤੀ ਹੋਈ ਕੰਸੈਂਟ ਹੈ, ਸਾਡੀ ਦਿੱਤੀ ਹੋਈ ਉਹ ਜੋ ਮੈਮੋਰੈਂਡਮ ਹੈ ਜਾਂ ਸਾਡੀ ਕੀਤੀ ਹੋਈ ਡਿਮਾਂਡ ਤੇ ਕਿੰਨਾ ਕੁ ਅਸਰ ਰੱਖਿਆ। ਜੀ ਅਰੋੜਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਭਾਰਤੀ ਸਾਹਿਬ ਨੇ ਤਾਂ ਸਿੱਧੇ ਤੌਰ ਤੇ ਪੱਖ ਰੱਖਤਾ ਕਿ ਅਸੀਂ ਤਾਂ ਹਾਂ ਪੱਖੀ ਹੁੰਗਾਰਾ ਭਰਦੇ ਹਾਂ। ਜੀ ਤੁਸੀਂ ਇੱਕ ਸਟੇਟਮੈਂਟ ਰਾਜਸਥਾਨ ਦੇ ਮੁੱਖ ਮੰਤਰੀ ਦੀ, ਇੱਕ ਵੀ ਸਟੇਟਮੈਂਟ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ, ਔਰ ਇੱਕ ਵੀ ਸਟੇਟਮੈਂਟ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੀ, ਤਿੰਨਾਂ ਜਗ੍ਹਾ ਤੇ ਇਹਨਾਂ ਦੀਆਂ ਸਰਕਾਰਾਂ ਇਹ ਦਿਖਾ ਦੇਣ ਇਹਨਾਂ ਨੇ GST ਦੇ ਤਹਿਤ ਪੈਟਰੋਲੀਅਮ ਪਦਾਰਥਾਂ ਨੂੰ ਲਿਆਉਣ ਦੀ ਮੰਗ ਕੀਤੀ ਹੋਵੇ। ਦੂਸਰੀ ਗੱਲ, ਹੁਣ ਕੀ ਵਿਗੜਿਆ? ਜੇ ਸੈਂਟਰ ਗਵਰਨਮੈਂਟ ਨੇ 9 ਰੁਪਏ ਪੈਟਰੋਲ ਤੇ 8 ਰੁਪਏ ਡੀਜ਼ਲ ਦੇ ਘਟਾਏ ਆ, ਤੇ ਹੁਣ ਕਿਉਂ ਤੁਸੀਂ ਸਿਰਫ 1.5 ਰੁਪਇਆ ਘਟਾਇਆ? 2 ਮਹੀਨੇ ਚ 24 ਰੁਪਏ ਵਧਾ ਕੇ 10 ਰੁਪਏ ਘਟਾਤੇ, ਉਹਦਾ ਕੀ ਫਾਇਦਾ ਜੀ? ਅਰੇ ਭਈਆ 24 ਰੁਪਏ ਉਹ ਤੁਹਾਡੇ ਵੀ ਤਾਂ ਤੁਸੀਂ 30 ਰੁਪਏ ਲੀਟਰ ਮਗਰ ਲਾ ਰਹੇ ਹੋ, ਵੈਟ ਲਾ ਰਹੇ ਹੋ ਰਾਜਸਥਾਨ ਸਰਕਾਰ, ਤੁਸੀਂ 10 ਰੁਪਏ ਘਟਾ ਰਹੇ ਹੋ ਨਾ। ਸਰਦਾਰ ਚਰਨਜੀਤ ਸਿੰਘ ਚੰਨੀ ਜੀ ਆਲਰੇਡੀ 10 ਰੁਪਏ ਘਟਾ ਕੇ ਗਏ ਹੈ। ਭਾਰਤੀ ਸਾਹਿਬ ਤੁਹਾਡਾ ਪੱਖ ਜਾਣਾਂਗੇ, ਅਰੋੜਾ ਜੀ ਨੂੰ ਆਪਣਾ ਪੱਖ ਰੱਖਣ ਦਿਓ। ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ, ਜੇ ਏਦਾਂ ਬਹਿਸ ਕਰਨੀ ਫਿਰ ਤੁਹਾਡੀ ਗੱਲ 'ਚ ਵੀ ਮੈਂ ਬੋਲਾਂਗਾ। ਦੇਖੋ ਇਸ ਤਰ੍ਹਾਂ ਇਹ ਕਹਿ ਰਿਹਾ ਜੀ ਮਹਿੰਗਾਈ ਵਧੀ, ਉਹ ਭਾਈ ਤੁਸੀਂ 2004 ਤੋਂ 2014 ਦੇ ਆંકੜੇ ਵੀ ਲੈ ਕੇ ਆਓ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ 100% ਤੋਂ ਲੈ ਕੇ 250% ਤੱਕ ਇਨਫਲੇਸ਼ਨ ਵਧੀ, ਮਹਿੰਗਾਈ ਵਧੀ ਉਦੋਂ 2004 ਤੋਂ 2014। ਪਰ ਤੇਲ ਦੇ ਰੇਟ ਜਿਹੜੇ ਆ ਡਬਲ ਹੋ ਗਿਆ ਸੀ। ਅੱਜ ਵੀ ਅਮਰੀਕਾ ਔਰ ਯੂਰਪੀਅਨ ਕੰਟਰੀ ਦੇ ਵਿੱਚ ਤੇਲ ਦੇ ਰੇਟ ਜਿਹੜੇ ਆ ਡਬਲ ਹੋ ਗਏ ਆ ਯੂਕਰੇਨ ਦੀ ਲੜਾਈ ਕਰਕੇ। ਪਰ ਹਿੰਦੁਸਤਾਨ ਦੇ ਵਿੱਚ ਜਿਹੜੀ ਇਨਕਰੀਜ਼ ਆ ਉਹ ਸਿਰਫ 9% ਹੈ। ਤੁਸੀਂ 2004 ਤੋਂ 2014 ਦੇ, ਮੈਂ ਚੰਨੀ ਜੀ ਤੁਹਾਨੂੰ ਵੀ ਕਹਾਂਗਾ ਤੁਸੀਂ ਗੂਗਲ ਦੇ ਆંકੜੇ ਕੱਢੋ ਜੀ, 100 ਤੋਂ ਲੈ ਕੇ 250% ਤੱਕ ਦੀ ਮਹਿੰਗਾਈ ਸੀ, ਔਰ ਕਈ ਆਈਟਮਾਂ ਦੇ ਵਿੱਚ 350% ਤੱਕ ਦੀ ਮਹਿੰਗਾਈ ਸੀ। ਜਦੋਂ ਸ਼ਰਦ ਪਵਾਰ ਦੀ ਐਗਰੀਕਲਚਰ ਮਿਨਿਸਟਰ ਸਨ, ਖੰਡ ਦੇ ਰੇਟ, ਸ਼ੂਗਰ ਦੇ ਰੇਟ ਕਿੱਥੇ ਪਹੁੰਚ ਗਿਆ ਸੀ? ਸ਼ੂਗਰ ਦੀ ਬਲੈਕਮੇਲਿੰਗ ਕਿੱਥੇ ਤੱਕ ਹੋ ਗਈ ਸੀ? ਉਹਨਾਂ ਨੇ ਆਪ ਮੰਨਿਆ ਸੀ। ਤੁਸੀਂ ਦੇਖੋ ਨਾ 22 ਰੁਪਏ ਦੀ ਸ਼ੂਗਰ ਸਿੱਧਾ 50 ਰੁਪਏ ਰੇਟ ਹੋ ਗਿਆ, ਕਿੰਨੇ % ਹੋ ਗਿਆ ਜੀ? ਸੋ ਇਹ ਭੁੱਲ ਗਿਆ ਆਪਣੀ ਸਰਕਾਰ ਵੇਲੇ ਇਹਨਾਂ ਦਾ ਕੀ, ਇਹਨਾਂ ਨੇ ਲੋਕਾਂ ਦੀ ਹਾਲਤ ਕੀਤੀ, ਇਹਨਾਂ ਨੇ ਕੀ ਗਰੀਬਾਂ ਦੀ ਹਾਲਤ ਕੀਤੀ, ਇਹ ਭੁੱਲ ਜਾਂਦੇ ਆ ਕਾਂਗਰਸ ਵਾਲੇ। ਇਸੇ ਕਰਕੇ ਇਹਨਾਂ ਨੂੰ ਲੋਕਾਂ ਨੇ ਘਰ ਬਿਠਾਇਆ ਹੋਇਆ। ਜੀ ਅਰੋੜਾ ਸਾਹਿਬ, ਮੈਂ ਮੁਹੰਮਦ ਖਾਲਿਦ ਜੀ ਵੱਲ ਜਾਣਾ ਚਾਹਾਂਗਾ। ਮੁਹੰਮਦ ਖਾਲਿਦ ਸਾਹਿਬ, ਦੇਖੋ ਕਾਂਗਰਸ ਤੇ BJP ਸੈਂਟਰ ਦੇ ਵਿੱਚ ਰਹੀਆਂ ਨੇ ਤੇ ਪੈਟਰੋਲ ਦੀ ਤੇ ਡੀਜ਼ਲ ਦੀ ਕੀਮਤਾਂ ਮੋਦੀ ਸਰਕਾਰ ਵੱਲੋਂ ਜ਼ਰੂਰ ਘਟਾਈਆਂ ਗਈਆਂ ਨੇ, ਹਾਲਾਂਕਿ GST ਵੀ ਵੱਡਾ ਸਵਾਲ ਹੈ। ਸਵਾਲ ਮੈਂ ਦੋ ਕਰਨੇ ਚਾਹਾਂਗਾ, ਇੱਕ ਤਾਂ ਇਹ ਸਵਾਲ ਕਿ GST ਦੇ ਵਿੱਚ ਕਿਉਂ ਨਹੀਂ ਲਿੱਤਾ ਜਾ ਰਿਹਾ, ਤੇ ਦੂਜਾ ਸਵਾਲ ਕੀ ਪੰਜਾਬ ਦੀ ਸਰਕਾਰ ਇਹਦੇ ਵਿੱਚ ਰਿਡਿਊਸ ਕਰ ਸਕਦੀ ਹੈ, ਕੀਮਤਾਂ ਘਟਾ ਸਕਦੀ ਹੈ? ਹਾਲਾਂਕਿ ਪਿਛਲੀ ਸਰਕਾਰ, ਚੰਨੀ ਸਰਕਾਰ ਦੇ ਵਿੱਚ 10 ਰੁਪਏ ਰੇਟ ਘਟਾਇਆ ਗਿਆ ਸੀ। ਜੀ ਦੇਖੋ ਇਦਾਂ ਹੈ ਕਿ ਜੇ ਆਪਾਂ GST ਵੱਲ ਦੇਖਦੇ ਹਾਂ ਜਾਂ ਵੈਟ ਵੱਲ ਦੇਖਦੇ ਹਾਂ, ਇੱਕ ਡੈਫੀਨਿਟਲੀ ਇੱਕ ਵਿਊ ਪੁਆਇੰਟ ਇਹ ਬਣਦਾ ਹੈਗਾ ਕਿ ਸੈਂਟਰ ਗਵਰਨਮੈਂਟ ਨੇ 9 ਰੁਪਏ ਜਾਂ 7 ਰੁਪਏ ਜਿੰਨਾ ਵੀ ਵਧਾਇਆ ਡੀਜ਼ਲ ਤੇ ਵੀ, ਪੈਟਰੋਲ ਤੇ ਵੀ ਤੇ ਗੈਸ ਤੇ ਵੀ, ਬੜਾ ਐਪਰੀਸ਼ੀਏਬਲ ਹੈ ਕਿਉਂਕਿ ਮਹਿੰਗਾਈ ਬਹੁਤ ਵੱਧ ਰਹੀ ਸੀਗੀ ਔਰ ਉਹਦੀ ਇਹਨਾਂ ਦੀ ਵਜ੍ਹਾ ਕਰਕੇ ਹੋਰ ਚੀਜ਼ਾਂ ਦੇ ਨਿਰਖ ਵੀ ਜਿਹੜੇ ਸੀਗੇ ਵੱਧ ਰਹੇ ਸੀਗੇ। ਉਹਦੇ ਨਾਲ ਸਾਡੀ ਮਹਿੰਗਾਈ ਦਰ ਜਿਹੜੀ ਹੈਗੀ ਹੈ ਉਹ 7.79 ਔਰ ਜਿਹੜੀ ਥੋਕ ਦੀ ਹੈ 15% ਤੋਂ ਉੱਪਰ ਚਲੀ ਗਈ ਸੀਗੀ, ਜਿਹੜਾ ਕਿ ਇੱਕ ਅਲਾਰਮਿੰਗ ਚੀਜ਼ ਹੈਗੀ ਹੈ। ਡਬਲ ਡਿਜਿਟ ਅਗਰ ਮਹਿੰਗਾਈ ਹੋ ਜਾਵੇ ਤਾਂ ਉਹ ਸਰਕਾਰ ਦੀ ਨਾਕਾਮੀ ਮੰਨੀ ਜਾਂਦੀ ਹੈ, ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਵੀ ਇੱਕ ਟਾਈਮ ਆਇਆ ਕਿ ਡਬਲ ਡਿਜਿਟ ਮਹਿੰਗਾਈ ਹੋ ਗਈ ਸੀਗੀ। ਹੁਣ ਸਵਾਲ ਇਹ ਹੈਗਾ
ਕਿ ਕਿਆ ਸਟੇਟਸ ਨੂੰ ਕਰਨਾ ਚਾਹੀਦਾ ਹੈ। ਜੀ ਅਗਰ ਸਾਰੇ ਸਟੇਟਾਂ ਦੇ ਵਿੱਚ ਅਲੱਗ-ਅਲੱਗ ਵੈਟ ਦੀ ਦਰ ਹੈਗੀ ਹੈ, ਸਾਰਿਆਂ 'ਚ ਸਿਮਿਲਰ ਦਰ ਨਹੀਂ ਹੈ, ਹੂੰ ਔਰ ਸਟੇਟ ਜਿਹੜੇ ਸੈਂਟਰ ਗਵਰਨਮੈਂਟ ਨੇ ਘਟਾਤਾ, ਸੈਂਟਰ ਗਵਰਨਮੈਂਟ ਦੀ ਸਬਸਿਡੀ ਉਹਦੀ ਜਿਹੜੀ ਹੈਗੀ ਹੈ ਘਟ ਜਾਏਗੀ, ਜਿਹੜੀ ਉਹਨਾਂ ਦੀ ਆਮਦਨੀ ਹੈ ਜਿਹੜੀ ਐਕਸਾਈਜ਼ ਲੱਗਦੀ ਹੈ। ਲੇਕਿਨ ਜਿਹੜਾ ਵੈਟ ਹੈ, ਜਿਹੜੇ ਸਟੇਟ ਗਵਰਨਮੈਂਟਸ ਹੈ, ਜਿੰਨੀਆਂ ਵੀ ਸਟੇਟ ਗਵਰਨਮੈਂਟ ਨੇ, ਚਾਹੇ ਬੀਜੇਪੀ ਰੂਲਡ ਹੈ ਚਾਹੇ ਕਾਂਗਰਸ ਰੂਲਡ ਹੈ, ਜਿੰਨੀਆਂ ਵੀ ਸਟੇਟ ਗਵਰਨਮੈਂਟਸ ਹੈ, ਸਭ ਦਾ ਫਾਈਨੈਂਸ਼ੀਅਲੀ ਦਿਵਾਲਾ ਨਿਕਲਿਆ ਪਿਆ, ਜਿਹਦੀ ਵਜ੍ਹਾ ਕਰਕੇ ਸਟੇਟ ਗਵਰਨਮੈਂਟਸ ਨੂੰ ਬਹੁਤ ਧਿਆਨ ਦੇ ਨਾਲ ਘਟਾਉਣਾ ਪਊਗਾ ਵੈਟ, ਕਿਉਂਕਿ ਜੀਐਸਟੀ ਦੇ ਆਉਣ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਕਿ ਜੀਐਸਟੀ ਜਿਸ ਵੇਲੇ ਆਇਆ ਤਾਂ ਬਹੁਤ ਸਾਰੇ ਟੈਕਸ ਜਿਹੜੇ ਸੀਗੇ ਜੀਐਸਟੀ ਦੇ ਵਿੱਚ ਅੰਦਰ ਚਲੇ ਗਏ, ਜਿਹਦੇ ਨਾਲ ਸਟੇਟਸ ਦੀ ਜਿਹੜੀ ਆਮਦਨੀ ਦੇ ਸਾਧਨ ਹੀ ਬਹੁਤ ਘੱਟ ਰਹਿ ਗਏ। ਫੋਰ ਐਗਜ਼ਾਮਪਲ ਜਿਹੜੀ ਹੈਗੀ ਵੈਟ ਹੈ ਜਾਂ ਐਕਸਾਈਜ਼ ਹੈ ਸ਼ਰਾਬ ਦੇ ਉੱਪਰ, ਜਾਂ ਲੋਕਲ ਟੈਕਸਿਸ ਹੈ, ਉਸ ਦੇ ਇਲਾਵਾ ਸਟੇਟਾਂ ਕੋਲ ਕੁਝ ਰਿਹਾ ਹੀ ਨਹੀਂ। ਸਟੇਟ ਅਗਰ ਵੈਟ ਜ਼ਿਆਦਾ ਘਟਾਉਣਗੇ ਤਾਂ ਉਹਨਾਂ ਦੀ ਜਿਹੜਾ ਰੈਵਨਿਊ ਜਨਰੇਸ਼ਨ ਹੈ ਬਹੁਤ ਘਟੇਗੀ। ਔਰ ਖਾਸ ਤੌਰ ਪਰ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਜਿੱਥੇ ਤੁਹਾਡਾ 28% ਜਿਹੜਾ ਰੈਵਨਿਊ ਹੈਗਾ ਉਹ ਸਿਰਫ ਡੈਟ ਸਰਵਿਸਿੰਗ ਦੇ ਵਿੱਚ ਚਲਾ ਜਾਂਦਾ ਹੈ, ਯਾਨੀ ਕਿ ਜਿਹੜਾ ਤੁਸੀਂ ਉਧਾਰ ਲੈਤਾ ਹੋਇਆ ਕਰਜ਼ਾ ਹੈ ਉਹਦੇ ਵਿਆਜ ਤੇ ਪ੍ਰਿੰਸੀਪਲ ਚਲਾ ਜਾਂਦਾ ਹੈ, ਤੇ ਉਹ ਸਿਚੁਏਸ਼ਨ ਦੇ ਵਿੱਚ ਤੁਹਾਡੇ ਕੋਲ ਪਲੇਇੰਗ ਵਾਸਤੇ ਬਹੁਤ ਹੀ ਨੈਰੋ ਜਗ੍ਹਾ ਰਹਿ ਜਾਂਦੀ ਹੈ ਜਿੱਥੇ ਤੱਕ ਰੈਵਨਿਊ ਜਨਰੇਸ਼ਨ ਦਾ ਸਵਾਲ ਹੈ। ਇਸ ਕਰਕੇ ਔਰ ਫਿਰ ਜਿਵੇਂ ਆਪਾਂ ਕਿਹਾ ਹੈ ਕਿ ਪਹਿਲਾਂ 10 ਰੁਪਏ ਘਟਾਤੇ ਸੀਗੇ, ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਜਾਂ ਕਿਸੇ ਵੀ ਸਟੇਟ ਗਵਰਨਮੈਂਟ ਨੂੰ ਬਹੁਤ ਧਿਆਨ ਨਾਲ ਇਹ ਕਰਨਾ ਪਏਗਾ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨੀਆਂ ਵੀ ਸਟੇਟ ਗਵਰਨਮੈਂਟਸ ਹੈ ਉਹਨਾਂ ਨੂੰ ਇਕੱਠੇ ਹੋ ਕੇ ਜਾਂ ਇੱਕ ਪਲੇਟਫਾਰਮ ਤੇ ਆ ਕੇ ਇੱਕ ਸਿਮਿਲਰ ਫੈਸਲਾ ਲੈਣਾ ਚਾਹੀਦਾ ਕਿ ਸਟੇਟ ਗਵਰਨਮੈਂਟ ਨੇ ਇੰਨਾ ਘਟਾਇਆ, ਅਸੀਂ 4%, 3%, 8%, 10 ਰੁਪਏ, 5 ਰੁਪਏ ਅਕ੍ਰੋਸ ਦਾ ਬੋਰਡ ਸਾਰੇ ਘਟਾ ਦੇਣ। ਉਹਦੇ ਨਾਲ ਕੀ ਹੋਏਗਾ ਕਿ ਨਾ ਤਾਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰ ਸਕਦੇ ਹੋ, ਔਰ ਸਰਕਾਰ ਨੇ ਜਿਹੜਾ ਸੈਂਟਰ ਗਵਰਨਮੈਂਟ ਨੂੰ ਕਿਹਾ ਹੈ ਕਿ ਜੀ ਅਸੀਂ ਪਹਿਲ ਕੀਤੀ ਹੈ ਤੁਸੀਂ ਵੀ ਪਹਿਲ ਕਰੋ, ਉਹ ਵੀ ਹੋ ਜਾਏਗਾ, ਔਰ ਸਟੇਟਸ ਨੂੰ, ਸਟੇਟਸ ਦੇ ਰੈਵਨਿਊ ਜ਼ਿਆਦਾ ਧੱਕਾ ਵੀ ਨਹੀਂ ਲੱਗੇਗਾ। ਅਗਰ ਕਿਸੇ ਵੀ ਸਟੇਟ, ਕੋਈ ਵੀ ਸਟੇਟ ਜ਼ਿਆਦਾ ਰੈਵਨਿਊ ਘਟਾਉਂਦਾ ਹੈ ਜਾਂ ਸੈਂਟਰ ਦੀ ਉਹ ਕਰਦਾ, ਸੈਂਟਰ ਕੋਲ ਤਾਂ ਰਿਸੋਰਸਿਸ ਬਹੁਤ ਜ਼ਿਆਦਾ ਹੈ, ਸਾਰੇ ਸਟੇਟ ਕਟੋਰਾ ਲੈ ਕੇ ਹਰ ਵੇਲੇ ਸੈਂਟਰ ਦੇ ਉਦਾਲੀ ਤੁਰੇ ਫਿਰਦੇ ਰਹਿੰਦੇ ਆ, ਚਾਹੇ ਉਹ ਲੋਨ ਲੈਣੇ ਹੋਣ, ਚਾਹੇ ਉਹ ਗ੍ਰਾਂਟਸ ਲੈਣੀਆਂ ਹੋਣ, ਚਾਹੇ ਜੀਐਸਟੀ ਹੋਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਟੇਟ ਗਵਰਨਮੈਂਟਸ ਨੂੰ ਇਕੱਠੇ ਹੋ ਕੇ ਸੋਚਣੀਆਂ ਚਾਹੀਦੀਆਂ। ਮੈਂ ਕਹਿੰਦਾ ਜਿਵੇਂ ਜੀਐਸਟੀ ਕੌਂਸਲ ਹੈ, ਇਸੇ ਤਰੀਕੇ ਦੇ ਨਾਲ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ, ਇੱਕ ਤੁਸੀਂ ਜ਼ੂਮ ਜਾਂ ਉਹਦੇ ਤੇ ਮੀਟਿੰਗ ਹੀ ਕਰ ਲਓ ਸਾਰੇ ਸਟੇਟ ਵੀ, ਭਾਈ ਆਪਾਂ ਸੈਂਟਰ ਨੇ ਇੰਨਾ ਘਟਾਇਆ ਤੁਸੀਂ ਇੰਨਾ ਘਟਾ ਦਿਓ, ਲੇਕਿਨ ਉਹਦੀ ਪੋਸੀਬਿਲਿਟੀ ਲੱਗਦੀ ਨਹੀਂ ਹੈ, ਇੱਕ ਦੂਸਰੇ ਪਰ ਇਲਜ਼ਾਮ ਲੱਗਦੇ ਰਹਿਣਗੇ। ਲੇਕਿਨ ਅਲਟੀਮੇਟਲੀ ਆਪਾਂ ਨੂੰ ਲੋਕਾਂ ਦੇ ਬਾਰੇ ਸੋਚਣਾ ਪਏਗਾ ਕਿ ਕਿਆ ਲੋਕ ਵਾਕਈ ਕਿਸੇ ਤਰ੍ਹਾਂ ਦਾ ਰਿਲੀਫ ਭਾਲਦੇ ਆ ਜਾਂ ਨਹੀਂ। ਇੱਕ ਹੋਰ ਮੈਂ ਇਹਦੇ ਵਿੱਚ ਐਡ ਕਰਾਂਗਾ, ਜਿਸ ਵੇਲੇ ਡੀਜ਼ਲ ਪੈਟਰੋਲ ਦੇ ਰੇਟ ਵੱਧਦੇ ਆ, ਸਬਜ਼ੀ ਵਾਲਾ, ਠੇਲੇ ਵਾਲਾ, ਟੈਕਸੀ ਵਾਲਾ, ਆਟੋ ਵਾਲਾ ਸਾਰੇ ਕਹਿੰਦੇ ਜੀ ਜੀਐਸਟੀ ਉਹਦੇ ਰੇਟ ਵੱਧ ਗਏ ਜੀ ਪੈਟਰੋਲ ਤੇ, ਇਸ ਕਰਕੇ ਅਸੀਂ ਤਾਂ ਜੀ ਇੰਨਾ ਲਵਾਂਗੇ। ਕਿਆ ਇਹ ਸਾਰੇ ਸਰਵਿਸ ਪ੍ਰੋਵਾਈਡਰ ਜਿਸ ਵੇਲੇ ਸੈਂਟਰ ਗਵਰਨਮੈਂਟ ਨੇ ਰੇਟ ਘਟਾਏ ਹੈ, ਕਿਆ ਇਹ ਘਟਾਉਣਗੇ? ਉਹ ਨਹੀਂ ਹੋਏਗਾ। ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਰੇਟ ਵਧਾ ਤਾਂ ਸਕਦੇ ਹੋ, ਘਟਾਓਗੇ ਬਿਲਕੁਲ ਨਹੀਂ, ਆਪਣੀਆਂ ਸਰਵਿਸਿਜ਼ ਉਹੀ ਦਿੰਦੇ ਰਹੋਗੇ। ਇਸ ਚੀਜ਼ ਦੇ ਬਾਰੇ ਵੀ ਇਹਨਾਂ ਸਾਰੇ ਸਰਵਿਸ ਪ੍ਰੋਵਾਈਡਰਸ ਨੂੰ ਸੋਚਣਾ ਪਏਗਾ। ਮਠਾੜੂ ਸਾਹਿਬ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਇਹ ਗੱਲ ਰੱਖੀ ਗਈ ਕਿ ਮਾਨ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਜਾਣ, ਜਿਹੜਾ ਟੈਕਸ ਹੈ ਉਹਦੇ ਵਿੱਚ ਕਟੌਤੀ ਕੀਤੀ ਜਾਵੇ। ਆਈਡੀਆ ਕੀ ਹੈ? ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ, ਕਿਵੇਂ ਘਟਾ ਸਕਦੀ ਹੈ ਸਰਕਾਰ? ਪਹਿਲਾਂ ਹੀ ਪੰਜਾਬ ਸਰਕਾਰ ਤਾਂ ਠੂਠਾ ਲੈ ਕੇ ਫਿਰ ਰਹੀ ਹੈ, ਦਰ ਮੰਗਦੀ ਫਿਰ ਰਹੀ ਹੈ, ਕਿਤੇ ਲੋਨ ਦੇ ਦਿਓ, ਕਿਤੇ ਇਹ ਦੇ ਦਿਓ, ਕਿਤੇ ਉਹ ਦੇ ਦਿਓ, ਕਿਉਂਕਿ ਪੰਜਾਬ ਸਿਰ ਕਰਜ਼ਾ ਹੀ ਇੰਨਾ ਚੜਿਆ ਹੋਇਆ। ਚਰਨਜੀਤ ਜੀ, ਸ਼ਲਾਘਾਯੋਗ ਫੈਸਲਾ ਤਾਂ ਆਪਾਂ ਇਹਨੂੰ ਕਹਿਣਾ ਹੀ ਪਊਗਾ, ਕਿਉਂਕਿ 9.5 ਰੁਪਏ ਪੈਟਰੋਲ ਤੇ 7 ਰੁਪਏ ਡੀਜ਼ਲ ਤੇ, ਚਲੋ ਰੇਟ ਤਾਂ ਘਟਾਈ ਹੈ, ਅਗਰ ਨਾ ਵੀ ਘਟਾਉਂਦੇ ਫਿਰ ਵੀ ਆਪਾਂ ਕੀ ਕਰ ਲੈਂਦੇ, ਕਿਉਂਕਿ ਚਲੋ ਇਹਨਾਂ ਨੇ ਘਟਾਇਆ, ਵਧੀਆ ਗੱਲ ਹੈ। ਦੂਸਰੀ ਗੱਲ ਕਰੀਏ ਪੰਜਾਬ ਦੀ, ਪੰਜਾਬ ਸਰਕਾਰ ਦੀ, ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਕਿ 41 ਪੈਸੇ ਜਿਹੜਾ ਪੈਟਰੋਲ, 1 ਰੁਪਿਆ 36 ਪੈਸੇ ਡੀਜ਼ਲ ਘਟਾਇਆ ਉਹਨਾਂ ਨੇ। ਇਹ ਹੁਣ ਦੇ ਡੇਟੇ ਆ, ਜਦੋਂ ਇਹਨਾਂ ਨੇ ਰਾਜਸਥਾਨ ਦੇ ਵਿੱਚ 2 ਰੁਪਏ 48 ਪੈਸੇ ਪੈਟਰੋਲ ਤੇ 1 ਰੁਪਿਆ 16 ਪੈਸੇ ਜਿਹੜਾ ਹੈਗਾ ਡੀਜ਼ਲ। ਉੜੀਸਾ ਦੇ ਵਿੱਚ 2 ਰੁਪਏ 23 ਪੈਸੇ ਪੈਟਰੋਲ ਤੇ 1 ਰੁਪਿਆ 36 ਪੈਸੇ ਡੀਜ਼ਲ। ਔਰ ਮਹਾਰਾਸ਼ਟਰ ਦੇ ਵਿੱਚ ਹੁਣੇ ਫੈਸਲਾ ਆਇਆ 2 ਰੁਪਏ 8 ਪੈਸੇ ਪੈਟਰੋਲ ਤੇ 1 ਰੁਪਿਆ 40 ਪੈਸੇ ਜਿਹੜਾ ਹੈ 44 ਪੈਸੇ ਇਹ ਘਟਾਇਆ ਹੈਗਾ ਡੀਜ਼ਲ। ਹਾਲੇ ਪੰਜਾਬ ਸਰਕਾਰ ਬਿਲਕੁਲ ਚੁੱਪ ਹੈ।
ਚਲੋ ਜਿਹੜੀਆਂ ਸਟੇਟਾਂ ਇਹਨਾਂ ਨੇ ਵੀ ਬਹੁਤ, ਕਿਉਂਕਿ ਪੰਜਾਬ ਦੇ ਵਿੱਚ ਇੱਕ ਤਾਂ ਆਪਣਾ ਐਗਰੀਕਲਚਰ ਦਾ ਸਿਸਟਮ ਹੈਗਾ, ਹੁਣ ਝੋਨੇ ਦੀ ਵਾਹੀ ਵਹਾਈ ਦਾ ਕਿਸਾਨਾਂ ਨੂੰ ਜਿਹੜਾ ਹੈਗਾ ਡੀਜ਼ਲ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅਗਰ ਪੰਜਾਬ ਸਰਕਾਰ ਇਹਦੇ ਤੇ ਕੋਈ ਫੈਸਲਾ ਲੈ ਲੈਂਦੀ ਹੈ, ਕੋਈ 5-7 ਰੁਪਏ ਡੀਜ਼ਲ ਤੇ ਪੈਟਰੋਲ ਦਾ ਰੇਟ ਜਿਹੜਾ ਘਟਾ ਦਿੰਦੀ, ਆਪਣਾ ਵੈਟ ਘਟਾ ਦਿੰਦੀ ਹੈ, ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਆਪਣੇ ਬੁਲਾਰੇ ਨੇ ਦੱਸਿਆ, ਟਰਾਂਸਪੋਰਟੇਸ਼ਨ ਹੈ ਜਿਹੜੀ ਉਹ ਸਾਰੀ ਡੀਜ਼ਲ ਦੇ ਉੱਪਰ ਚੱਲਦੀ ਹੈ, ਡੀਜ਼ਲ ਪੈਟਰੋਲ ਦੇ ਉੱਪਰ ਚੱਲਦੀ ਹੈ। ਦੂਸਰੀ ਜਿਹੜੀ ਮਹਿੰਗਾਈ ਹੈ, ਚਾਹੇ ਉਹ ਸਬਜ਼ੀ ਵਾਲਾ ਹੈ, ਚਾਹੇ ਦੁੱਧ ਵਾਲਾ ਹੈ, ਉਹ ਜਾਂ ਜੋ ਟਰਾਂਸਪੋਰਟ ਨਾਲ ਆਉਂਦੀ ਹੈ, ਦੂਰੋਂ ਆਉਂਦੀ ਹੈ, ਤਾਂ ਉਹ ਜਿਹੜਾ ਹੈਗਾ ਤੇਲ ਦੇ ਮੁਤਾਬਕ ਹੀ ਉਹਨਾਂ ਦੇ ਰੇਟ ਘਟਦੇ ਵੱਧਦੇ ਆ। ਇਹ ਜ਼ਰੂਰੀ ਹੈ। ਜਿੱਥੋਂ ਤੱਕ ਤੁਹਾਡੀ ਗੱਲ ਹੁਣ ਆਪਾਂ ਕਰੀਏ ਕਿ ਜਿਹੜੀ ਪੰਜਾਬ ਸਰਕਾਰ ਉਹਦੇ ਕੋਲੇ ਪੈਸੇ ਹੈ ਨਹੀਂ, ਗੱਲ ਕਰਨੀ ਚਾਹਾਂਗਾ। ਇੱਕ ਕੇਜਰੀਵਾਲ ਜੀ ਸ਼ੁਰੂ ਤੋਂ ਕਿਹਾ ਕਰਦੇ ਸੀ 54,000 ਕਰੋੜ ਰੁਪਇਆ ਤਾਂ ਮੇਰੇ ਕੋਲੋਂ ਪਿਆ ਹੈ, ਮਾਈਨਿੰਗ ਤੇ ਸ਼ਰਾਬ ਦੀ ਪਾਲਿਸੀ ਮੈਂ ਬਣਾਈ ਪਈ ਹੈ, ਸਾਡੇ ਕੋਲ ਰੋਡ ਮੈਪ ਤਿਆਰ ਹੈ। ਉਹ ਅੱਜ ਤੱਕ ਇਹਨਾਂ ਦੀ ਨਾ ਸ਼ਰਾਬ ਤੇ ਪਾਲਿਸੀ ਬਣੀ, ਨਾ ਇਹਨਾਂ ਦੀ ਕੋਈ ਮਾਈਨਿੰਗ ਦੇ ਉੱਪਰ ਪਾਲਿਸੀ ਬਣੀ, ਜਦੋਂ ਕਿ ਉਹ ਮਹਿੰਗੇ ਹੋਈ ਜਾਂਦੇ ਆ। ਅਗਲੀ ਗੱਲ, ਖਰਚੇ ਪੰਜਾਬ ਸਰਕਾਰ ਆਪਣੇ ਪੈਸੇ ਤੇ ਕੇਜਰੀਵਾਲ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਹੋਣਾ ਪੂਰਾ ਕਰਨ ਵਾਸਤੇ ਕਦੇ ਹਿਮਾਚਲ ਦੇ ਵਿੱਚ ਇਸ਼ਤਿਹਾਰਬਾਜ਼ੀ, ਕਦੇ ਗੁਜਰਾਤ ਦੇ ਵਿੱਚ ਇਸ਼ਤਿਹਾਰਬਾਜ਼ੀ, ਕਦੇ ਪੰਜਾਬ ਦੇ ਵਿੱਚ ਇਸ਼ਤਿਹਾਰਬਾਜ਼ੀ, ਕਦੇ ਕੇਰਲਾ ਦੇ ਵਿੱਚ ਇਸ਼ਤਿਹਾਰਬਾਜ਼ੀ। ਸੋ ਇਹ ਲੋਕ ਹੈ ਜਿਹੜੇ ਪੈਸਾ ਅਗਰ ਬਰਬਾਦ ਕਰਨਾ ਹੀ ਬੰਦ ਕਰ ਦੇਣ ਇਸ਼ਤਿਹਾਰਬਾਜ਼ੀ ਤੇ, ਬਹੁਤ ਕਰੋੜਾਂ ਰੁਪਇਆ ਖਰਚ, ਸੈਂਕੜੇ ਕਰੋੜਾਂ ਰੁਪਏ ਇਹਨਾਂ ਨੇ ਰੁਪਇਆ ਖਰਚ ਕਰਤਾ। ਔਰ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ, ਲਾ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਕਰਨ ਵਾਸਤੇ 10 ਕੰਪਨੀਆਂ ਜਿਹੜੀਆਂ ਹੈਗੀਆਂ ਅਰਧਬਲ ਸੈਨਿਕ ਦੀਆਂ ਸੈਂਟਰ ਚੋਂ ਮੰਗੀਆਂ, ਉਹ ਖਰਚਾ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਦੇਣਾ ਪੈਣਾ ਹੈ। ਉਹ ਖਰਚਾ ਵੀ, ਜਦੋਂ ਕਿ ਪੰਜਾਬ ਦੇ ਵਿੱਚ ਪੁਲਿਸ ਹੈ, ਅਗਰ ਤੁਹਾਡੇ ਕੋਲੋਂ ਲਾ ਐਂਡ ਆਰਡਰ ਦੀ ਸਥਿਤੀ ਨਹੀਂ ਸੰਭਾਲੀ ਨਹੀਂ ਜਾ ਰਹੀ, ਤਾਂ ਹੱਥ ਖੜੇ ਕਰ ਦਿਓ, ਕਹਿੰਦੇ ਹੋ ਭਾਈ ਸਾਡੇ ਤੋਂ ਪੰਜਾਬ ਨਹੀਂ ਸਮਝਦਾ, ਸਾਰੀਆਂ ਪਾਰਟੀਆਂ ਦੀ ਸਰਵ ਪਾਰਟੀ ਮੀਟਿੰਗ ਬੁਲਾਉਣ, ਉਹਨਾਂ ਤੋਂ ਪੁੱਛਣ। ਐਕਚੁਅਲੀ ਕੀ ਇਹ ਅਨਐਕਸਪੀਰੀਅੰਸਡ ਲੋਕ ਹੈਗੇ ਨੇ, ਇਹਨਾਂ ਨੂੰ ਪਤਾ ਕੁਝ ਹੈ ਨਹੀਂ। ਜਿਸ ਤਰ੍ਹਾਂ ਪਹਿਲਾਂ ਆਪਣੇ ਬੀਜੇਪੀ ਦੇ ਬੁਲਾਰੇ ਨੇ ਦੱਸਿਆ ਕਿ ਕਦੇ ਉਧਰਲੇ ਮੁੱਦੇ ਨੂੰ ਹੱਥ ਪਾ ਲੈਂਦੇ ਨੇ, ਕਦੇ ਉਧਰਲੇ ਮੁੱਦੇ ਨੂੰ ਹੱਥ ਪਾ ਲੈਂਦੇ ਨੇ, ਸਿਰੇ ਇਹਨਾਂ ਤੋਂ ਕੋਈ ਲੱਗਦਾ ਨਹੀਂ। ਜਿਸ ਦਿਨ ਦੀ ਸਰਕਾਰ ਬਣੀ ਹੈ, ਕਦੇ ਇਹ 25,000 ਨੌਕਰੀ ਦੀ ਗੱਲ ਕਰਦੇ ਆ, ਕਦੇ 35,000 ਪੱਕੇ ਦੀ ਗੱਲ ਕਰਦੇ ਆ, ਕਦੇ ਜੁਨਟਾਂ ਦੀ ਗੱਲ ਕਰਦੇ ਆ। ਉਹ ਗਰੰਟੀਆਂ ਦੀ ਗੱਲ ਜੀ ਛੇੜ ਕੇ ਫਿਰ ਚੁੱਪ ਕਰ ਜਾਂਦੇ ਆ, ਕਰਦੇ ਕੁਝ ਹੈ ਨਹੀਂ। ਕਦੇ 1000 ਰੁਪਏ ਵਾਲੀ ਗੱਲ ਜੀ ਛੇੜ ਕੇ ਬੰਦ ਕਰ ਦਿੰਦੇ ਨੇ, ਇੱਕ ਚੁਟਕਲਾ ਜਿਹਾ ਛੱਡ ਦਿੰਦੇ ਨੇ ਜਦੋਂ ਲੋਕ ਰੌਲਾ ਪਾਉਂਦੇ ਆ। ਤੇ ਇਹ ਵੀ ਜਿਹੜੀ ਇਹਨਾਂ ਨੇ ਅੱਜ ਸੁਵਿਧਾ ਕੇਂਦਰ ਵਾਲਾ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਇਹ ਵੀ ਚੁਟਕਲਾ ਜਿਹਾ ਛੱਡਿਆ। ਹੁਣ ਇਹਨਾਂ ਤੋਂ ਇੱਥੇ ਵੀ ਕੁਝ ਨਹੀਂ, ਜੇ ਕਰਨ ਵਾਲੇ ਹੋਣ ਤਾਂ ਇਹ ਪਹਿਲਾਂ ਆਰਓ ਬੰਦ ਪਏ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਸੀ, ਸਾਰੇ ਆਰਓ ਬੰਦ ਹੋ ਗਏ ਕਾਂਗਰਸ ਦੀ ਸਰਕਾਰ ਦੇ ਵਿੱਚ। ਸਾਡੇ ਕਾਂਗਰਸ ਦੇ ਬੁਲਾਰੇ ਨੇ ਵੀ ਕਿਹਾ ਪਹਿਲਾਂ, ਕਹਿੰਦੇ ਭਾਈ ਸੁਵਿਧਾ ਕੇਂਦਰ ਉਹ ਬੰਦ ਕੀਤੇ ਸੀ ਜਿਹੜੇ ਮਿਊਨਿਸਪਲ ਕਮੇਟੀਆਂ ਦੇ ਨੇੜੇ ਸੀ। ਮੈਂ ਇਹਨਾਂ ਨੂੰ, ਵਿਨੋਦ ਜੀ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਸੁਵਿਧਾ ਕੇਂਦਰ ਦੇ ਵਿੱਚ ਜਾਓ, ਸਵੇਰੇ 6 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਕੇ ਲੇਡੀਜ਼, ਔਰਤਾਂ, ਬਜ਼ੁਰਗ, ਬੱਚਿਆਂ ਦੇ ਨਾਲ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਸ਼ਾਮ ਵਜੇ ਤੱਕ, ਤੇ 60 ਟੋਕਨ ਤੋਂ ਬਿਨਾਂ 60 ਟੋਕਨਾਂ ਤੋਂ ਇੱਕ ਟੋਕਨ ਵੱਧ ਨਹੀਂ, ਲੋਕ ਹੈਰਾਨ ਹੁੰਦੇ ਉੱਤੇ। ਸੋ ਉਹ ਜਿਹੜੀਆਂ ਗੱਲਾਂ ਹੈਗੀਆਂ, ਇਹਨਾਂ ਗੱਲਾਂ ਦੇ ਧਿਆਨ ਦੇਣ ਦੀ ਬਜਾਏ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਟੀਮ ਜਿਹੜੇ 92 ਮਿਲਦੇ ਆ, ਇਹ ਫੇਰ ਸਰਕਾਰ ਹੋ ਚੁੱਕੀ ਹੈ, ਇਹਨਾਂ ਦੇ ਪੱਲੇ ਕੁਝ ਨਹੀਂ। ਸੋ ਮੇਰੀ ਇਹਨਾਂ ਨੂੰ ਵੀ ਬੇਨਤੀ ਹੈ ਕਿ ਚੁੱਪ ਕਰਕੇ ਦੇ ਵਾਸਤੇ ਧਿਆਨ ਦੇਣ, ਕੋਈ ਪੰਜਾਬ ਦੇ ਕੋਈ ਭਲੇ ਨਾਲ ਐਵੇਂ ਚੁਟਕਲੇਬਾਜ਼ੀ ਤੇ ਸ਼ੋਸ਼ੇਬਾਜ਼ੀ ਇਹਨੂੰ ਵਧਣ ਨੂੰ ਲੋੜ ਹੈ। ਖਾਲਿਦ ਸਾਹਿਬ, ਤੁਹਾਡੇ ਵੱਲ ਆਉਣਾ ਚਾਹਾਂਗਾ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਜਿਸ ਤਰ੍ਹਾਂ ਮਠਾੜੂ ਸਾਹਿਬ ਨੇ ਇੱਕ ਸਵਾਲ ਚੁੱਕਿਆ ਕਿ 2022 ਦੀਆਂ ਚੋਣਾਂ ਦੇ ਦੌਰਾਨ ਤੇ 2017 ਦੀਆਂ ਚੋਣਾਂ ਦੇ ਦੌਰਾਨ ਅਰਵਿੰਦ ਕੇਜਰੀਵਾਲ ਇਸ ਪਾਲਿਸੀ ਤੇ ਕਾਫੀ ਜ਼ਿਆਦਾ ਗੱਲਾਂ ਕਰਦੇ ਸੀ। ਭਗਵੰਤ ਮਾਨ ਵੀ ਬਹੁਤ ਸਾਰੀਆਂ ਰੈਲੀਆਂ ਦੇ ਵਿੱਚ ਇਹ ਗੱਲਾਂ ਕਰਦੇ ਸੀ ਕਿ ਅਸੀਂ ਸ਼ਰਾਬ ਤੋਂ ਇੰਨਾ ਕੱਢ ਲਾਂਗੇ, ਰੇਤ ਮਾਈਨਿੰਗ ਤੋਂ ਇੰਨਾ ਕੱਢ ਲਾਂਗੇ। ਜੇ ਕਰਪਸ਼ਨ ਕਹਿੰਦੇ ਹੁੰਦੇ ਸੀ ਕਿ ਜੇ 32% ਦੇ ਲਗਭਗ ਵੀ ਅਸੀਂ ਰੋਕ ਲਈ ਜਾਵੇ ਤਾਂ ਵੀ ਅਸੀਂ ਕਿਤੇ ਨਾ ਕਿਤੇ ਜਿਹੜੀਆਂ ਸੁਵਿਧਾਵਾਂ ਅਸੀਂ ਉਧਰੋਂ ਹੀ ਦੇ ਦੇਵਾਂਗੇ। ਕਿਵੇਂ ਲੱਗਦਾ ਹੈ ਕਿ ਬਲੂਪ੍ਰਿੰਟ ਬਣਦਾ ਹੈ ਜਾਂ ਸਿਰਫ ਫੋਕੀ ਸਿਆਸਤ ਕੀਤੀ ਹੈ? ਜੀ ਦੇਖੋ, ਇਦਾਂ ਹੈਗਾ ਕਿ ਜਿਸ ਵੇਲੇ 2-3 ਚੀਜ਼ਾਂ ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹੁੰਦਾ। ਇੱਕ ਤਾਂ ਹੈ ਕਿ ਇਹਨਾਂ ਨੇ ਕਿਹਾ ਕਿ ਜੀ ਖਜ਼ਾਨੇ ਤਾਂ ਹਮੇਸ਼ਾ ਭਰੇ ਹੁੰਦੇ ਆ, ਖਜ਼ਾਨੇ ਖਾਲੀ ਨਹੀਂ ਹੁੰਦੇ, ਜਿਹਦਾ ਮਤਲਬ ਹੈ ਕਿ ਉਹਨਾਂ ਨੂੰ ਪੂਰਾ ਕੌਨਫੀਡੈਂਸ ਸੀਗਾ ਕਿ ਉਹਨਾਂ ਕੋਲ ਇੰਨਾ ਪੈਸਾ ਆ ਜਾਏਗਾ ਜਿਹਦੇ ਨਾਲ ਆਪਣੇ ਵਾਅਦੇ ਪੂਰੇ ਕਰ ਸਕਣਗੇ। ਦੂਸਰੇ, ਫਿਰ ਇਹਨਾਂ ਨੇ ਜਿਹੜੀ ਐਪ ਚਲਾਈ, ਉਹਦੀ ਐਂਟੀ ਕਰਪਸ਼ਨ ਐਪ, ਉਹਦੇ ਨਾਲ ਸ਼ੁਰੂ ਦੇ ਵਿੱਚ 1-2 ਹੋਇਆ ਜਿਹਦੇ ਵਿੱਚ ਬੰਦੇ ਫੜੇ ਗਏ। ਉਹ ਜਿਹੜੀ ਹੈਗੀ ਹੈ, ਉਹ ਐਪ ਚਲਾਉਣ ਦੇ ਵਿੱਚ ਕੋਈ ਬਹੁਤ ਵੱਡੀ ਕਾਰੀਗਰੀ ਦੀ ਗੱਲ ਨਹੀਂ ਹੁੰਦੀ ਕਿ ਜੀ ਤੁਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹੋ ਜਿਹਦੇ ਚ ਕੋਈ ਪੈਸਾ ਇਨਵੋਲਵਡ ਹੈ। 15 ਮਿੰਟ ਦੇ ਵਿੱਚ ਐਪ, ਟੈਲੀਫੋਨ, ਅਸਲ ਚ ਫੋਨ ਨੰਬਰ। ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਐਪ ਕੱਲ ਕੀਤੀ ਹੈਗੀ ਹੈ ਕਿ ਮਜ਼ਦੂਰਾਂ ਨੂੰ ਰਜਿਸਟਰ ਕਰਨ ਵਾਸਤੇ। ਇਹਦੇ ਨਾਲ ਗੱਲ ਨਹੀਂ ਹੈ, ਗੱਲ ਇਹ ਹੈਗੀ ਹੈ ਕਿ ਤੁਸੀਂ ਜੋ ਵਾਅਦੇ ਕੀਤੇ ਹੈ
ਜਿਹਦੇ ਸਿਰ ਦੇ ਉੱਪਰ ਲੋਕਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ, ਹੂੰ ਉਹਨਾਂ ਨੂੰ ਜਵਾਬ ਦੇਣਾ ਪਏਗਾ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਵੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜੇ ਮਾਈਨਿੰਗ ਹੈ, ਦੂਸਰੀਆਂ ਚੀਜ਼ਾਂ ਤੋਂ ਸਾਨੂੰ ਕਾਫੀ ਆਮਦਨੀ ਹੋ ਜਾਏਗੀ, ਹੂੰ ਇਹ ਸਿਰਫ ਬਾਹਰੋਂ ਲੱਗਦਾ ਹੁੰਦਾ ਹੈ। ਹੂੰ ਜਿਸ ਵੇਲੇ ਕੋਈ ਵੀ ਪਾਰਟੀ ਪਾਵਰ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੀ ਹੈ ਔਰ ਇਲੈਕਸ਼ਨ ਲੜਦੀ ਹੈ ਤਾਂ ਉਹ ਇਸ ਤਰ੍ਹਾਂ ਦਾ ਸਾਰਾ ਕੁਝ ਕਰਦੀ ਹੈ। ਹੂੰ ਕੀ ਕੀਤਾ, ਲੋਕਾਂ ਨੇ ਸੋਚਿਆ ਕਿ ਅਸੀਂ ਇੱਕ ਨਵਾਂ ਤਜਰਬਾ, ਨਵਾਂ ਐਕਸਪੈਰੀਮੈਂਟ ਕਰਦੇ ਹਾਂ। ਦੇਖੋ, ਲੋਕਾਂ ਨੇ ਜਿਹੜਾ ਫਤਵਾ ਦਿੱਤਾ ਹੈ ਉਹਦੇ ਮੂਹਰੇ ਕੋਈ ਆਰਗੂਮੈਂਟ ਨਹੀਂ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਹੀ ਸਲਾਮ ਕੀਤਾ ਜਾਂਦਾ ਹੈ। ਹੂੰ ਲੇਕਿਨ ਲੋਕਾਂ ਦੇ ਫਤਵੇ ਤੋਂ ਬਾਅਦ ਲੋਕਾਂ ਨੂੰ ਨਿਰਾਸ਼ ਕਰਨਾ ਜਿਹੜਾ ਹੈਗਾ, ਹੂੰ ਉਹਦਾ ਬੈਕਲੈਸ਼ ਵੀ ਉਨਾ ਹੀ ਜ਼ਬਰਦਸਤ ਹੋ ਸਕਦਾ ਹੈ। ਲੋਕ ਉਨਾ ਹੀ ਜ਼ਬਰਦਸਤੀ ਪੁੱਛ ਵੀ ਸਕਦੇ ਹੈ ਕਿ ਭਾਈ ਇਹ ਜਿਹੜਾ ਕੀਤਾ ਸੀਗਾ, ਤੁਹਾਨੂੰ ਇੰਨੀਆਂ ਸੀਟਾਂ ਦਿੱਤੀਆਂ, ਸਾਰਿਆਂ ਨੂੰ ਲਾਂਭੇ ਕਰਕੇ, ਤੁਸੀਂ ਉਹਦਾ ਕੀ ਸਾਨੂੰ ਵਾਪਸ ਮੋੜ ਰਹੇ ਹੋ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੜੀ ਜਲਦੀ ਇਹਨਾਂ ਨੂੰ ਜਵਾਬ ਦੇਣਾ ਪਏਗਾ। ਅਦਰਵਾਈਜ਼ ਲੋਕ ਜਿਹੜੇ ਹੈਗੇ ਆ, ਹੁਣ ਦੇਖੋ ਕਿ ਜੋ ਨਾਅਰੇਬਾਜ਼ੀ ਹੋ ਰਹੀ ਹੈ, ਜਿਸ ਤਰੀਕੇ ਦੇ ਨਾਲ ਖਰੜ ਡੇਲੀ ਕੋਈ ਨਾ ਕੋਈ ਸੜਕ ਘੇਰ ਲਈ, ਕੁਝ ਹੋ ਗਿਆ, ਕਿਸਾਨਾਂ ਦਾ ਹੋ ਕੇ ਹਟਿਆ, ਕੱਲ ਡੈਰੀ ਵਾਲਿਆਂ ਦਾ ਜਿਹੜਾ ਸੀਗਾ ਧਰਨਾ ਸੀਗਾ, ਜਿਹੜੇ ਹੈਗੇ ਆ ਟੀਚਰਸ ਹੈਗੇ ਆ, ਅਨਐਮਪਲੋਇਡ ਯੂਥ ਹੈ, ਹੋਰ ਸਾਰਾ ਕੁਝ ਜਿਨ੍ਹਾਂ ਨਾਲ ਵਾਅਦੇ ਕੀਤੇ ਹੈ ਬਿਲਕੁਲ ਉਹ ਪੂਰੇ ਕਰੋ, ਅਦਰਵਾਈਜ਼ ਲੋਕ ਜਿਹੜੇ ਹੈਗੇ ਤੁਹਾਡੇ ਪਿੱਛੇ ਪੈਣਗੇ। ਜੀ ਅਰੋੜਾ ਸਾਹਿਬ, ਕਿਵੇਂ ਵੇਖਦੇ ਹੋ? ਮੁਹੰਮਦ ਖਾਲਿਦ ਜੀ ਨੇ ਵੀ ਕਾਫੀ ਸੌਫਟ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ, ਤੁਸੀਂ ਕਿਵੇਂ ਵੇਖਦੇ ਹੋ ਕਿ ਬਲੂਪ੍ਰਿੰਟ ਤਿਆਰ ਕਰ ਸਕਦੀ ਹੈ ਆਮ ਆਦਮੀ ਪਾਰਟੀ? ਚੰਨੀ ਜੀ, ਇਸ ਤਰ੍ਹਾਂ ਕਿ ਮੁਹੰਮਦ ਖਾਲਿਦ ਜੀ ਨੇ ਵਧੀਆ ਗੱਲਾਂ ਕਹੀਆਂ। ਹੁਣ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਇੱਕ ਨੰਬਰ ਜਾਰੀ ਕੀਤਾ ਭ੍ਰਿਸ਼ਟਾਚਾਰ ਖਤਮ ਕਰਨ ਦਾ, ਤੁਸੀਂ ਦੇਖੋਗੇ ਅੱਜ 2 ਲੱਖ ਤੋਂ ਵੱਧ ਕੰਪਲੇਂਟਸ ਜਿਹੜੀਆਂ ਨੇ ਪੈਂਡਿੰਗ ਪਈਆਂ ਸਰਕਾਰ ਦੇ ਕੋਲ, ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ। ਤੁਸੀਂ ਅੱਜ ਨਗਰ ਨਿਗਮ ਚਲੇ ਜਾਓ, ਅੱਜ ਤੁਸੀਂ ਕਿਸੇ ਵੀ ਤਹਿਸੀਲ ਆਫਿਸ ਚਲੇ ਜਾਓ, ਭ੍ਰਿਸ਼ਟਾਚਾਰ ਦੇ ਰੇਟ ਡਬਲ ਹੋ ਗਏ। ਰੇਤਾ ਦੀ ਗੱਲ ਕੀਤੀ ਮੁਹੰਮਦ ਖਾਲਿਦ ਜੀ ਨੇ ਔਰ ਮਠਾਰੂ ਸਾਹਿਬ ਨੇ, ਰੇਤ ਮਾਈਨਿੰਗ ਮਾਫੀਆ ਦੀ, ਅੱਜ ਰੇਤਾ ਦੇ ਰੇਟ 3 ਗੁਣਾ ਹੋ ਗਏ। ਇਹਨਾਂ ਸਾਰਿਆਂ ਦਾ ਸਿੱਟਾ ਕੀ ਨਿਕਲਿਆ? ਆਪਾਂ ਇਨਫਲੇਸ਼ਨ ਦੀ ਗੱਲ ਕਰ ਰਹੇ ਸੀ, ਮਹਿੰਗਾਈ ਦੀ ਗੱਲ ਕਰ ਰਹੇ ਸੀ ਕਿ ਅੱਜ ਹਰ ਪ੍ਰਾਪਰਟੀ ਜਿਹੜੀ ਹੈ, ਚਾਹੇ ਉਹ ਰੈਜ਼ੀਡੈਂਸ਼ੀਅਲ ਹੈ, ਚਾਹੇ ਉਹ ਫਲੈਟ ਹੈ, ਚਾਹੇ ਉਹ ਕਮਰਸ਼ੀਅਲ ਪ੍ਰਾਪਰਟੀ ਆ, ਉਹਦੇ ਰੇਟ ਡਬਲ ਹੋ ਗਏ। ਅੱਜ ਗਰੀਬ ਜਿਹੜਾ ਹੈ ਉਹ ਆਪਣੇ ਸਿਰ ਤੇ ਛੱਤ ਨਹੀਂ ਬਣਾ ਸਕਦਾ ਜੀ। ਹੁਣ ਤੁਸੀਂ ਦੇਖੋ ਕਿ ਜੇ ਇਹੀ ਰਿਜ਼ਲਟ ਆਣੇ ਹੈ ਤੇ ਮਹਿੰਗਾਈ ਲਈ ਤਾਂ ਸਟੇਟਾਂ ਵੀ ਜ਼ਿੰਮੇਵਾਰ ਹੈ। ਇਹਨਾਂ ਸਰਕਾਰਾਂ ਦੀ ਸਕਰੀਨਿੰਗ ਜਿਹੜੀ ਆ ਉਹ ਕਿਤੇ ਨਾ ਕਿਤੇ ਕੋਈ ਕਮੀ ਹੈ। ਤੁਹਾਡੇ ਕੋਲ 2 ਲੱਖ ਕੰਪਲੇਂਟਾਂ ਪੈਂਡਿੰਗ ਪਈਆਂ, ਉਹਦੇ ਤੇ ਕੀ ਤੁਸੀਂ ਕਾਰਵਾਈ ਕਰ ਰਹੇ ਹੋ ਜੀ? ਦੂਸਰੀ ਗੱਲ ਜਿਹੜੀ ਹੈ ਕਿ ਮਠਾਰੂ ਸਾਹਿਬ ਨੇ ਕਿਹਾ ਜੀ ਕੰਪਨੀਆਂ ਜਿਹੜੀਆਂ ਸਰਕਾਰ ਨੇ ਸਿਕਿਉਰਿਟੀ ਵਿਵਸਥਾ ਲਈ ਸੈਂਟਰ ਤੋਂ ਮੰਗਾਈਆਂ। ਭਾਈ ਇਹ ਉਹੀ ਆਮ ਆਦਮੀ ਪਾਰਟੀ ਸੀ ਜਿਹਨੇ BSF ਦਾ ਦਾਇਰਾ ਵਧਾਉਣ ਦਾ ਵਿਰੋਧ ਕੀਤਾ ਸੀ। ਉਹਨਾਂ ਦੇ ਇਹੀ ਸਰਕਾਰ ਜਿਹੜੀਆਂ ਨੇ ਪੰਜਾਬ 'ਚ 10 ਕੰਪਨੀਆਂ ਨੇ, 20 ਕੰਪਨੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਕੇਂਦਰ ਦੀਆਂ। ਦੂਸਰੀ ਗੱਲ ਜਿਹੜੀ ਇਹ ਹੈ ਕਿ ਪੰਜਾਬ ਪੁਲਿਸ ਕਹਿੰਦੇ ਸੀ ਸક્ષਮ ਹੈ, ਤੇ ਤੁਸੀਂ ਅੱਜ ਹਾਲਤ ਦੇਖ ਲਈ ਹੈ ਪੰਜਾਬ ਪੁਲਿਸ ਦੀ ਕਿ ਹਵਾਲਦਾਰ ਹਰਮਨ ਬਾਜਵਾ ਜਿੰਦੀ ਅੱਜ ਮੌਤ ਹੋ ਗਈ ਨਸ਼ੇ ਦੀ ਓਵਰਡੋਜ਼ ਕਰਕੇ, ਪੰਜਾਬ ਪੁਲਿਸ ਦੀ ਹਾਲਤ ਕੀ ਹੈ? ਪੰਜਾਬ ਪੁਲਿਸ ਦੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕਿਆ ਔਰ ਆਪ ਇਨਵੋਲਵ ਹੈ ਨਸ਼ਾ ਵੇਚਣ ਦੇ ਵਿੱਚ, ਨਸ਼ਾ ਤਸਕਰੀ ਦੇ ਵਿੱਚ। ਕ੍ਰਾਈਮ ਜਿਹੜਾ ਵਾ ਉਹ ਵਿਦਿਨ ਪੰਜਾਬ ਪੁਲਿਸ ਹੈ। ਸੋ ਪੰਜਾਬ ਪੁਲਿਸ ਤੁਹਾਡੀ ਸક્ષਮ ਨਹੀਂ ਹੈ। ਫਿਰੋਜ਼ਪੁਰ ਤੋਂ ਚੱਲ ਕੇ ਕਰਨਾਲ ਤੱਕ ਅੱਤਵਾਦੀ ਪਹੁੰਚ ਜਾਂਦੇ ਆ, ਪੰਜਾਬ ਪੁਲਿਸ ਨੂੰ ਪਤਾ ਨਹੀਂ ਲੱਗਦਾ। ਪੰਜਾਬ ਪੁਲਿਸ ਦੇ ਵਿਜੀਲੈਂਸ ਦੇ ਮੁੱਖ ਦਫ਼ਤਰ ਤੇ ਹਮਲਾ ਹੋ ਜਾਂਦਾ ਵਾ ਤੇ ਇਹਨਾਂ ਦਾ ਇੰਟੈਲੀਜੈਂਸ ਫੇਲਰ ਹੋ ਜਾਂਦਾ। ਇਹ ਸਾਰੀਆਂ ਨਾਕਾਮੀਆਂ ਜਿਹੜੀਆਂ ਨੇ ਉਹ ਓਨਲੀ ਐਂਡ ਓਨਲੀ, ਜਿਹੜਾ ਕਿ ਮੈਂ ਪਹਿਲੇ ਕਿਹਾ ਸੀ ਕਿ ਕਮਜ਼ੋਰ ਮੁੱਖ ਮੰਤਰੀ, ਕਮਜ਼ੋਰ ਸਰਕਾਰ। ਤੁਸੀਂ ਅੱਜ ਇਹਨਾਂ ਦਾ ਕੋਈ ਵੀ MLA ਤੁਸੀਂ ਫੜ ਲਓ, ਉਹਦੀ ਇੰਟਰਵਿਊ ਲਓ, ਕਿਸੇ ਕੋਲੋਂ ਤੁਹਾਨੂੰ ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਨਜ਼ਰ ਆਏਗੀ। MLA ਨੂੰ ਪੁੱਛ ਲਓ ਵੀ ਤੁਹਾਡਾ ਫਿਊਚਰ ਵਿਜ਼ਨ ਕੀ ਹੈ, ਤੁਹਾਨੂੰ ਕਿਸੇ ਕੋਲੋਂ ਕੋਈ ਜਵਾਬ ਨਹੀਂ ਮਿਲੇਗਾ। ਤੇ ਇਹ ਹਾਲਤ ਮੁੱਖ ਮੰਤਰੀ ਦੀ ਹੈ। ਵੈਸੇ ਮੈਂ ਜਾਣਨਾ ਚਾਹਾਂਗਾ, ਤੁਸੀਂ ਵੀ ਦੇਖੋ ਕੇਂਦਰ ਦੇ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਲੱਖ ਕਰੋੜ ਦੀ ਆਰਥਿਕ ਮਦਦ ਵੀ ਮੰਗੀ ਸੀ ਕੇਂਦਰ ਤੋਂ,
ਪਰੰਤੂ ਇਸ ਸਮੇਂ ਜਿਸ ਤਰ੍ਹਾਂ ਸਵਾਲ ਚੁੱਕੇ ਜਾ ਰਹੇ ਨੇ, ਅੱਜ ਬੀਜੇਪੀ ਦੇ ਇੱਕ ਵੱਡੇ ਆਗੂ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ, ਇਹਦੇ ਵਿੱਚ ਕਟੌਤੀ ਕੀਤੀ ਜਾਵੇ। ਹਾਲਾਂਕਿ ਠੀਕ ਹੈ, ਮੰਨਣਾ ਜ਼ਰੂਰ ਹੈ, ਕੀਤੀ ਜਾਣੀ ਚਾਹੀਦੀ ਹੈ, ਲੋਕਾਂ ਨੂੰ ਆਰਥਿਕ ਮਦਦ ਮਿਲਣੀ ਚਾਹੀਦੀ ਹੈ, ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣੀ ਚਾਹੀਦੀ ਹੈ। ਪਰੰਤੂ ਕੇਂਦਰ ਤਾਂ ਇੱਕ ਬਹੁਤ ਵੱਡੇ ਲੈਵਲ ਤੇ ਹੈ। ਪੰਜਾਬ ਦੀ ਜੋ ਹਾਲਤ ਹੈ ਇਸ ਸਮੇਂ, ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਪੰਜਾਬ, ਕੀ ਸਰਕਾਰ ਕਰ ਪਾਏਗੀ? ਕੋਈ ਬਲੂਪ੍ਰਿੰਟ ਹੈ ਇਹਨਾਂ ਦੇ ਕੋਲ? ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਵੀ GST ਕਲੈਕਸ਼ਨ ਹੈ, ਕੇਂਦਰ ਉਹਦਾ 40% ਹਿੱਸਾ ਸਟੇਟਾਂ ਨੂੰ ਦਿੰਦਾ। ਇਹਦਾ ਮਤਲਬ ਜਿਹੜਾ ਤੇਲ ਔਰ ਡੀਜ਼ਲ ਤੋਂ ਵੀ ਜਿਹੜਾ GST ਕਲੈਕਸ਼ਨ, ਜਿਹੜਾ ਟੈਕਸ ਕਲੈਕਸ਼ਨ ਹੈ, ਉਹਦਾ 40% ਵੀ ਜਿਹੜਾ ਵਾ ਉਹ ਸਟੇਟਾਂ ਨੂੰ ਜਾਂਦਾ। ਕੇਂਦਰ ਤਾਂ ਹਰ ਚੀਜ਼ ਦੇ ਵਿੱਚ ਮਦਦ ਕਰ ਰਿਹਾ। ਕੇਂਦਰ ਨੇ ਤਾਂ ਹੁਣ ਤੁਸੀਂ ਦੇਖੋ ਕਿ ਪਿੱਛੇ ਜੇ ਪੈਸਟੀਸਾਈਡ ਦੀਆਂ ਕੀਮਤਾਂ ਘਟਾਈਆਂ, ਕੇਂਦਰ ਨੇ ਘਟਾਈਆਂ। ਹੁਣ ਮੂੰਗ ਦੀ ਫਸਲ ਦੇ ਉੱਤੇ MSP ਜਿਹੜੀ ਦਿੱਤੀ ਆ ਉਹ ਕੇਂਦਰ ਨੇ ਦਿੱਤੀ। ਤੁਸੀਂ ਦੇਖੋ ਕਿ ਗੇਹੂੰ ਦਾ ਦਾਣਾ ਗਰਮੀ ਕਰਕੇ ਸੁੱਕੜ ਗਿਆ, ਜੇ ਉਹ 6% ਤੋਂ 16% ਵਧਾਇਆ ਦਾਇਰਾ, ਤਾਂ ਕੇਂਦਰ ਸਰਕਾਰ ਨੇ ਵਧਾਇਆ। ਦੇਖੋ ਪੰਜਾਬ ਕੋਲ ਰਿਲੀਫ ਦੇਣ ਵਾਸਤੇ ਤਾਂ ਨਿਲ ਬਟਾ ਨਿਲ ਹੈ, ਪੰਜਾਬ ਕੋਲ ਤਾਂ ਕੋਈ ਵਿਜ਼ਨ ਨਹੀਂ ਹੈ। ਹੁਣ ਪੰਜਾਬ ਕਿਸਾਨਾਂ ਨੂੰ ਜੱਫੀ ਪਾ ਕੇ ਫੋਟੋਆਂ ਖਿਚਵਾ ਰਹੇ ਆ। ਭਗਵੰਤ ਮਾਨ ਜੀ, ਜੇ ਤੁਹਾਨੂੰ ਕਿਸਾਨਾਂ ਦਾ ਇੰਨਾ ਹੀ ਦਰਦ ਹੈ ਤਾਂ ਕੱਲ ਕੇਂਦਰ ਸਰਕਾਰ ਨੇ ਡੀਜ਼ਲ ਤੇ ਰੇਟ ਘਟਾਏ, ਪੈਟਰੋਲ ਤੇ ਰੇਟ ਘਟਾਏ, ਤੁਹਾਨੂੰ ਘੱਟੋ ਘੱਟ 5 ਤੋਂ 7 ਰੁਪਏ ਤੁਹਾਨੂੰ ਵੀ ਘਟਾਣੇ ਚਾਹੀਦੇ ਸੀ। ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਰਿਲੀਫ ਦਿੰਦੇ, ਕਿਉਂਕਿ ਕਿਸਾਨ ਜਿਹੜੇ ਆ ਉਹ ਜੀ ਦੀਵਾਨ ਸਾਹਿਬ, ਤੁਹਾਡੀ ਨਾ ਆਵਾਜ਼ ਨਹੀਂ ਆ ਪਾ ਰਹੀ ਮੇਰੇ ਤੱਕ। ਕਰਨ ਲਈ ਤੇ ਕਿਸਾਨਾਂ ਦੇ ਨਾਲ ਜੱਫੀਆਂ ਨੇ ਜੀ। ਇਹਨਾਂ ਕੋਲ ਕੋਈ ਵਿਜ਼ਨ ਨਹੀਂ ਹੈ, ਕੋਈ ਇਹਨਾਂ ਦੇ ਕੋਲ ਕੋਈ ਪਾਲਿਸੀ ਨਹੀਂ ਹੈ। ਸਰਕਾਰ ਨੂੰ ਕਿੱਥੇ ਲੈ ਕੇ ਜਾਣਾ ਹੈ, ਕੋਈ ਇਹਨਾਂ ਦੀ ਯੋਜਨਾ ਨਹੀਂ। ਜੀ ਖਾਲਿਦ ਸਾਹਿਬ, ਤੁਹਾਡਾ ਪੱਖ ਜਾਨਣਾ ਚਾਹਾਂਗਾ, 2 ਮਿੰਟ ਦੇ ਵਿੱਚ ਆਪਣੀ ਗੱਲ ਕੰਪਲੀਟ ਕਰਿਓ। ਅਸਲ ਦੇ ਵਿੱਚ ਮੁੱਦੇ ਬਹੁਤ ਨੇ, ਪੰਜਾਬ ਕਾਫੀ ਕਰਜ਼ੇ ਦੀ ਮਾਰ ਦੇ ਥੱਲੇ ਹੈ। ਕੀ ਲੱਗਦਾ, ਤੁਸੀਂ ਵੀ ਪੋਲੀਟੀਕਲ ਐਕਸਪਰਟ ਹੋ, ਕਾਫੀ ਜ਼ਿਆਦਾ ਸਰਕਾਰਾਂ ਨੂੰ ਬਹੁਤ ਜ਼ਿਆਦਾ ਨੇੜੇ ਤੋਂ ਦੇਖਿਆ, ਸਰਕਾਰਾਂ ਨੇ ਆਪੋ ਆਪਣੀ ਸਿਆਸਤ ਰੋਟੀ ਸੇਕਣ ਦੇ ਲਈ ਕਿਤੇ ਨਾ ਕਿਤੇ ਆਪਣੇ ਫਾਇਦਿਆਂ ਦੇ ਲਈ ਤਾਂ ਸਭ ਕੁਝ ਕੀਤਾ ਹੈ, ਪਰੰਤੂ ਲੋਕਾਂ ਦੇ ਲਈ ਅਜੇ ਵੀ ਦਰਵਾਜ਼ੇ ਕਿਤੇ ਨਾ ਕਿਤੇ ਬੰਦ ਨੇ। ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜੋ ਰੈਵਨਿਊ ਹੈ ਉਹਨੂੰ ਕਲੈਕਟ ਕਰਨ ਦੇ ਵਿੱਚ ਕਾਮਯਾਬ ਹੋ ਸਕਦੀ ਹੈ? ਜੋ ਡੀਜ਼ਲ ਪੈਟਰੋਲ ਦੇ ਉੱਤੇ ਸਿਆਸਤ ਹੋ ਰਹੀ ਹੈ ਹੁਣ ਕਿ ਰੇਟ ਘਟਣੇ ਚਾਹੀਦੇ ਨੇ, ਕਿ ਉਹਨਾਂ ਤੇ ਘਟਾ ਸਕਦੀ ਹੈ? ਕੋਈ ਹੈ ਹੱਲ ਹੈ, ਕੋਈ ਤੁਹਾਡਾ ਸੁਜੈਸ਼ਨ, ਕੋਈ ਤੁਹਾਡਾ ਇਦਾਂ ਦਾ ਸਿਸਟਮ ਹੈ ਕਿ ਜਿਹਦੇ ਥਰੂ ਇਹ ਬਲੂਪ੍ਰਿੰਟ ਤਿਆਰ ਕੀਤਾ ਜਾ ਸਕੇ? ਦੇਖੋ, ਮੈਂ ਪਹਿਲਾਂ ਵੀ ਇਹ ਗੱਲ ਕਹਾਂਗਾ ਕਿ ਕਹਿ ਚੁੱਕਿਆ ਕਿ ਬਹੁਤ ਹੀ ਘੱਟ ਸਪੇਸ ਹੈ ਪੰਜਾਬ ਗਵਰਨਮੈਂਟ ਕੋਲ ਜਿੱਥੇ ਤੱਕ ਰੈਵਨਿਊ ਜਨਰੇਸ਼ਨ ਦਾ ਸਵਾਲ ਹੈ। ਇਹ ਕਹਿੰਦੇ ਵੀ ਕਰਪਸ਼ਨ ਘੱਟ ਕਰਕੇ, ਇਹ ਕਹਿੰਦੇ ਆ ਕਿ ਐਕਸਾਈਜ਼ ਜਾਂ ਦੂਸਰੇ, ਦੇਖੋ ਐਫੀਸ਼ੀਐਂਟ ਟੈਕਸ ਕਲੈਕਸ਼ਨ ਬਹੁਤ ਇੰਪੋਰਟੈਂਟ ਹੈ। यानी कि टैक्स कलेक्शन होनी चाहिए है और प्रॉपर होनी चाहिए है। ਜਿਹੜੇ ਬੰਦੇ ਟੈਕਸ ਦੀ ਚੋਰੀ ਕਰਦੇ ਆ ਉਹਨਾਂ ਦੇ ਅਗੇਂਸਟ ਅਭਿਆਨ ਜਾਂ ਪ੍ਰੋਪਰ ਟੈਕਸ ਆਡਿਟ ਇਹ ਹੋਣਾ ਚਾਹੀਦਾ ਹੈ। ਲੇਕਿਨ ਸਰਕਾਰ ਇਹ ਕਿੱਥੇ ਤੱਕ ਕਰ ਸਕਦੀ ਹੈ, ਇਹ ਡਿਪੈਂਡ ਕਰਦਾ ਹੈ ਕਿ ਸਰਕਾਰ ਕਿੰਨੇ ਕੁ ਪੋਲੀਟੀਕਲ ਵਿਲ ਦੇ ਨਾਲ ਕੰਮ ਕਰਦੀ ਹੈ। ਅਗਰ ਇਹ ਵੀ ਸਰਕਾਰ ਉਸੇ ਤਰੀਕੇ ਦੇ ਨਾਲ ਥਾਣਿਆਂ ਦੇ ਆਲੇ ਦੁਆਲੇ ਸਾਰੀ ਸਿਆਸਤ ਹੁੰਦੀ ਰਹੀ, ਉਹਨੂੰ ਭਜਾ ਦਿਓ ਤੇ ਉਹਨੂੰ ਫੜ ਲਓ, ਤਾਂ ਫੇਰ ਤਾਂ ਸਰਕਾਰ ਕੋਲ ਕੋਈ ਕੰਮ ਕਰਨ ਦਾ ਵਿਜ਼ਨ ਨਹੀਂ ਹੈ। ਦੂਸਰੀ ਚੀਜ਼ ਇਹ ਹੈਗੀ ਹੈ कि सरकार अगर टैक्स लगाएगी तो जनता खिलाफ होएगी, और अगर टैक्स नहीं लाउंदी ਤਾਂ ਜਿਹੜਾ ਹੈਗਾ ਤੁਹਾਡਾ ਰੈਵਨਿਊ ਦਾ ਬੇਸ ਨਹੀਂ ਵਧੇਗਾ। ਉਹ ਦੋਨਾਂ ਪਾਸੇ ਸਰਕਾਰ ਫਸੀ ਹੋਈ। ਯਾਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਜਿੰਨਾ ਕੁ ਉਹ ਚਿਊ ਕਰ ਸਕਦੀ ਸੀ ਉਹਦੇ ਨਾਲੋਂ ਜ਼ਿਆਦਾ ਰੁੱਗ ਭਰ ਲਿਆ, ਜਿਹਦੀ ਵਜ੍ਹਾ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਵਾਸਤੇ ਬੜਾ ਮੁਸ਼ਕਿਲ ਹੈ ਆਪਣੇ ਵਾਅਦੇ ਪੂਰੇ ਕਰਨੇ ਔਰ ਸਟੇਟ ਦੀ ਜਿਹੜੀ ਇਕਨੋਮੀ ਹੈ ਉਹਨੂੰ ਦਰੁਸਤ ਕਰਨਾ ਜਿਹੜਾ ਹੈਗਾ ਇਸ ਵੇਲੇ ਤਾਂ ਮੈਨੂੰ ਨਜ਼ਰ ਨਹੀਂ ਆ ਰਿਹਾ। ਲੇਕਿਨ ਕੋਈ ਐਸਾ ਫਾਰਮੂਲਾ ਹੋਵੇ ਕੱਲ ਨੂੰ ਜਿਹੜਾ ਕਿ ਦਿੱਲੀ ਮਾਡਲ ਜਿਹਨੂੰ ਕਹਿੰਦੇ ਆ, ਦੇਖੋ ਦਿੱਲੀ ਮਾਡਲ ਇਸ ਕਰਕੇ ਡਿਫਰੈਂਟ ਹੈ ਕਿ ਦਿੱਲੀ ਦਾ ਰੈਵਨਿਊ ਸਿਸਟਮ ਡਿਫਰੈਂਟ ਹੈ, ਉਹ ਟੋਟਲੀ ਅਰਬਨਾਈਜ਼ਡ ਹੈਗਾ ਔਰ ਸਾਡਾ ਤਾਂ ਰੂਰਲ ਏਰੀਆ ਮੈਕਸਿਮਮ। ਸਾਡੀਆਂ ਆਪਣੀਆਂ ਪ੍ਰੋਬਲਮਸ ਹੈਗੀਆਂ, ਸਾਡੇ ਆਪਣੇ ਰੈਵਨਿਊ ਹੈ, ਸਾਡਾ ਆਪਣੇ ਖਰਚੇ ਹੈ, ਉਹਨੂੰ ਦਿੱਲੀ ਪਰ ਪੂਰੀ ਤਰੀਕੇ ਦੇ ਨਾਲ ਲਾਗੂ ਇੱਥੇ ਥੋੜੀ ਹੋ ਸਕਦੀ ਹੈ। ਇਸ ਕਰਕੇ ਮੈਨੂੰ ਇਦਾਂ ਲੱਗਦਾ ਹੈ
ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਮਿਹਨਤ ਕਰਨੀ ਪਊਗੀ ਤਾਂ ਕਿਤੇ ਜਾ ਕੇ ਕੁਝ ਕਰ ਸਕਣਗੇ, ਜਿਹਦੀ ਇਸ ਵੇਲੇ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ। ਸੋ ਸਾਰੇ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਸਮੇਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਹੋਰ ਵੀ ਗੱਲ ਕਰ ਸਕਦੇ ਸੀ। ਤੇ ਮਠਾੜੂ ਸਾਹਿਬ ਤੁਹਾਡਾ ਵੀ ਜੁੜਨ ਦੇ ਲਈ ਧੰਨਵਾਦ। ਖਾਲੇ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ। ਵਿਨੋਦ ਭਾਰਤੀ ਜੀ ਤੇ ਅਰੋੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਵੱਖੋ ਵੱਖ ਬੁਲਾਰਿਆਂ ਵੱਲੋਂ ਬਹੁਤ ਜ਼ਿਆਦਾ ਸਵਾਲ ਚੁੱਕੇ ਗਏ ਨੇ ਸੱਤਾ ਧਿਰ ਨੂੰ ਲੈ ਕੇ। ਹਾਲਾਂਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਸਾਡੇ ਨਾਲ ਨਹੀਂ ਜੁੜ ਪਾਏ ਜਿਨ੍ਹਾਂ ਨੇ ਇਹ ਜਵਾਬ ਦੇਣਾ ਸੀ ਕਿ ਵਿਰੋਧੀਆਂ ਵੱਲੋਂ ਜੋ ਸਵਾਲ ਚੁੱਕੇ ਗਏ ਨੇ ਅਸਰ ਉਹਨਾਂ ਦਾ ਸਿਆਸੀਕਰਨ ਕੀ ਹੈ, ਜਾਂ ਉਹਨਾਂ ਦਾ ਸਿਆਸੀ ਭਵਿੱਖ ਕੀ ਹੈ, ਜਾਂ ਸਿਰਫ ਤੇ ਸਿਰਫ ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਸਿਰਫ ਤੇ ਸਿਰਫ ਭੰਡਣਾ। ਹਾਲਾਂਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਹੁੰਦੇ ਤਾਂ ਕਿਤੇ ਨਾ ਕਿਤੇ ਅਸੀਂ ਉਹਨਾਂ ਦਾ ਪੱਖ ਜਾਣ ਸਕਦੇ ਸੀ, ਉਹਨਾਂ ਦਾ ਰੋਲ ਜਾਣ ਸਕਦੇ ਸੀ, ਉਹਨਾਂ ਦਾ ਬਲੂਪ੍ਰਿੰਟ ਜਾਣ ਸਕਦੇ ਸੀ ਕਿ ਉਹਨਾਂ ਦਾ ਬਲੂਪ੍ਰਿੰਟ ਆਖਰ ਹੈ ਕਿ ਕਿਸ ਮੁੱਦੇ ਦੇ ਤਹਿਤ ਉਹ ਕੰਮ ਕਰ ਰਹੇ ਨੇ ਤੇ ਕਿਸ ਮੁੱਦੇ ਦੇ ਤਹਿਤ ਉਹ ਪੰਜਾਬ ਨੂੰ ਅੱਗੇ ਵੱਲ ਲੈ ਕੇ ਜਾਣਗੇ। ਹਾਲਾਂਕਿ 2022 ਦੀਆਂ ਚੋਣਾਂ ਦੇ ਵਿੱਚ ਮਾਨ ਸਰਕਾਰ ਜਦੋਂ ਸੱਤਾ ਤੋਂ ਬਾਹਰ ਸੀ ਉਦੋਂ ਬਹੁਤ ਵੱਡੇ ਵਾਅਦੇ ਤੇ ਦਾਅਵੇ ਲੋਕਾਂ ਦੇ ਨਾਲ ਕੀਤੇ ਗਏ ਕਿ ਸੱਤਾ ਬਣਦਿਆਂ ਹੀ ਅਸੀਂ ਕਿਤੇ ਨਾ ਕਿਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿਆਂਗੇ। ਸੁਖਬੀਰ ਸਿੰਘ ਬਾਦਲ ਉਦੋਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੇ ਸਨ, ਪਰੰਤੂ ਭਗਵੰਤ ਮਾਨ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਸੀ ਹਰ ਸਿਆਸੀ ਸਟੇਜ ਤੋਂ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ, ਪੰਜਾਬ ਨੂੰ ਪੰਜਾਬ ਬਣਾਵਾਂਗੇ ਤੇ ਰੰਗਲਾ ਪੰਜਾਬ ਬਣਾਵਾਂਗੇ। ਤੇ ਉਸ ਦੇ ਤਹਿਤ ਹੀ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਸ ਕਦਰ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ, ਸਮੱਸਿਆਵਾਂ ਤੋਂ ਬਚਾਉਂਦੀ ਹੈ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਵੇਗਾ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਅਜੇ ਕੁਝ ਹੀ ਸਮਾਂ ਹੋਇਆ ਪੰਜਾਬ ਦੀ ਸੱਤਾ ਦੇ ਧਿਰ ਵਿੱਚ ਆਇਆ ਨੂੰ, ਪਰੰਤੂ ਕਿਤੇ ਨਾ ਕਿਤੇ ਵਿਰੋਧੀਆਂ ਵੱਲੋਂ ਤਿੱਖੇ ਸਵਾਲਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਹਰ ਨਿੱਤ ਨਵੇਂ ਦਿਨ ਘੇਰਿਆ ਜਾ ਰਿਹਾ। ਸੋ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਕਿਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ ਤੇ ਕਿਸ ਤਰ੍ਹਾਂ ਦੇ ਫੈਸਲਿਆਂ ਦੇ ਤਹਿਤ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ ਤੇ ਰਾਜ਼ੀ ਕਰਦੀ ਹੈ। ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।